ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪਰੇਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ एनालिसिस ला के। सरा जी कैसी हैं आप, क्या हाल है आपका, हाउ आर यू? ऑल गुड युधवीर जी, आप बताएं आप कैसे हैं? मैं बिल्कुल ठीक हूँ जी। ब्यूटीफुल सॉन्ग एज ऑलवेज, बहुत बढ़िया गाना आपने लगाया। थैंक यू सो मच फॉर प्लेइंग दिस वंडरफुल सॉन्ग। पंकज जी का भी स्वागत करते हैं। पंकज जी ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰੇਡੀਓ ਵਾਈ ਤੇ। ਸਰ ਕੀ ਹਾਲ ਹੈ, ਠੀਕ ਹੈ? ਬਹੁਤ ਵਧੀਆ ਯੁਧਵੀਰ ਜੀ, ਮੇਰੀ ਤਰਫੋਂ ਗੁੱਡ ਆਫਟਰਨੂਨ। ਤੇ ਤੁਸੀਂ ਬਿਲਕੁਲ ਸਹੀ ਕਿਹਾ, ਇਹ ਵਨ ਆਫ ਦੋ ਸੌਂਗਸ ਜਿਹੜਾ ਕਿ ਬੜਾ ਸੂਦਿੰਗ ਜਿਹਾ ਸੌਂਗ ਹੈ। ਸੋ ਮਜ਼ਾ ਆਉਂਦਾ ਹੈ ਸੁਣ ਕੇ ਇਸ ਗਾਣੇ ਨੂੰ। बिल्कुल बिल्कुल, बहुत बड़ा मजा आਉਂਦਾ। और पीके जी का भी स्वागत करते हैं इस मौके पे। रियल स्टेट का कोई सवाल पीके सबरवाल। पीके जी ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ-ਬਹੁਤ ਸਵਾਗਤ ਹੈ। ਵੈਲਕਮ ਸਰ। Thank you very much, sir, and very good afternoon to all our listeners. गुड आफ्टरनून सर, गुड आफ्टरनून जी। और सब तो पहला तो जी ओपनिंग स्टेटमेंट सुनते हैं। पीके जी विल स्टार्ट विद यू और फिर पंकज जी, गो अहेड। बस एक लेटेस्ट न्यूज आई है कि होम अफोर्डेबिलिटी जी है स्टिल डिक्लाइनिंग। ਐਨੀ ਕਿ ਪ੍ਰਾਈਮ ਹੋਰ ਵੱਧ ਗਿਆ ਜਾਂ ਇੰਟਰਸਟ ਹੋਰ ਵੱਧ ਗਿਆ, ਬਲਕਿ ਇੰਟਰਸਟ ਰੇਟ ਤੋਂ ਬੈਂਕ ਦੇ ਰਿਹਾ ਉਹਨਾਂ ਨੇ ਥੋੜਾ ਜਿਹਾ ਵਧਾਤਾ। 0.1% ਦੇ ਕਰੀਬ ਇਨਕਰੀਜ਼ ਹੋਈ ਹੈ। ਔਰ ਲਗਭਗ ਐਵਰੇਜ ਮੌਰਗੇਜ ਰੇਟ ਜਿਹੜਾ ਹੈਗਾ 6.33 ਜਿਹੜਾ ਕਿ ਟੈਸਟ ਹੈ ਤੇ ਨਾਲ 8.3 ਦੇ ਕਰੀਬ ਪੈ ਜਾਂਦਾ ਹੈ। ਤੇ ਅਫੋਰਡੇਬਿਲਿਟੀ ਸਟਿਲ ਰਿਮੇਨਸ ਦਾ ਬਿਗ ਕੰਸਰਨ। ਦੇਖੋ ਜਦ ਤੱਕ ਇੰਟਰਸਟ ਰੇਟ ਥੱਲੇ ਆਣੇ ਸ਼ੁਰੂ ਹੁੰਦੇ ਨੇ ਤਦ ਤੱਕ ਕੀ ਹੋਏਗਾ। ਦੂਜੇ ਪਾਸੇ ਸੈਪਟੰਬਰ ਦੇ ਅੰਦਰ ਹੋਮ ਪ੍ਰਾਈਸਿਸ ਥੋੜੇ ਥੱਲੇ ਆਏ ਨੇ, ਸੇਲ ਵੀ ਥੋੜੀ ਥੱਲੇ ਆਈ ਹੈਗੀ। ਸੀਰੀਆ ਦੀ ਰਿਪੋਰਟ ਹੈਗੀ, ਹੋਮ sales declined by 1.9% अगस्त to सितंबर। और लेकिन अगर ईयर ओवर ईयर देखो तो इट इज ए लिटिल इंक्रीज। जी जी पंकज जी युधवीर जी, मैं वापस वही ਚੱਕ ਲੈਣਾ ਜੀ। ਇਨਫਲੇਸ਼ਨ ਵਾਲੀ ਜਿਹੜੀ ਗੱਲ ਹੋਈ ਸੀ, ਬੇਸਿਕਲੀ 3.8%। ਬਟ ਪਿਛਲੇ ਮਹੀਨੇ ਦੀ ਅਗਰ ਤੁਸੀਂ ਐਕਸਪੈਕਟੇਸ਼ਨ ਸੀਗੀ, ਜਿੰਨੇ ਵੀ ਇਕਨੋਮਿਸਟ ਸੀਗੇ ਸਾਰਿਆਂ ਦੀ ਜਿਹੜੀ ਸਰਵੇ ਸੀਗਾ ਉਹਦੇ ਹਿਸਾਬ ਨਾਲ 4% ਹੋਣੀ ਚਾਹੀਦੀ ਸੀ। ਅਨਐਕਸਪੈਕਟਡ ਹੋਇਆ ਜੋ ਵੀ ਹੋਇਆ। ਸੋ ਪੋਸੀਬਲੀ ਐਂਡ ਆਫ ਰੇਟ ਹਾਈਕ ਜਿਹੜੀ ਗੱਲ ਕਰ ਰਹੇ ਨੇ, ਬਟ ਪੋਸੀਬਲ ਵਰਡ ਨਾਲ ਲੱਗਿਆ ਹੋਇਆ ਹੈ ਕਿਉਂਕਿ ਇਸ 25 ਅਕਤੂਬਰ ਨੂੰ ਉਹਨਾਂ ਨੂੰ ਵਧਾਉਣ ਦੀ ਜ਼ਰੂਰਤ ਨਹੀਂ ਹੈ। ਬਟ ਮੇਜਰ ਚੀਜ਼ ਇਹ ਹੈ ਯੁਧਵੀਰ ਜੀ, ਬੈਂਕ ਦੀ ਜਿਹੜੀ ਪ੍ਰੋਜੈਕਸ਼ਨ ਸੀ ਕੁਆਟਰ ਦੀ ਉਹ 3.3 ਸੀ। ਬੈਂਕ ਆਫ ਕੈਨੇਡਾ ਇਹਨੂੰ 3.3 ਤੇ ਪੂਰੇ ਕੁਆਟਰ ਤੇ ਪਹੁੰਚਾਉਣਾ ਚਾਹ ਰਿਹਾ ਸੀ, ਬਟ ਕੁਆਟਰ ਦੀ ਆਈ ਕਿੰਨੀ ਹੈ? ਐਵਰੇਜ 3.7। ਸੋ ਹਲੇ ਵੀ ਜਿਹੜੀ ਉਹਨਾਂ ਦੀ ਆਪਦੀਆਂ ਪ੍ਰੋਜੈਕਸ਼ਨ ਨੇ ਉਸ ਪ੍ਰੋਜੈਕਸ਼ਨ ਤੱਕ ਹਲੇ ਅਸੀਂ ਪਹੁੰਚੇ ਹੀ ਨਹੀਂ। ਸੋ ਜਿਹੜੀਆਂ ਉਹਨਾਂ ਦੀ ਐਕਸਪੈਕਟੇਸ਼ਨ ਸੀਗੀਆਂ, ਪ੍ਰੋਜੈਕਸ਼ਨ ਤੇ ਐਕਸਪੈਕਟੇਸ਼ਨ ਦੋਨੋਂ ਦੀ ਗੱਲ ਕਰ ਰਹੇ ਹਾਂ। ਸੋ ਬੈਂਕ ਆਫ ਕੈਨੇਡਾ ਤੇ ਹਲੇ ਵੀ ਉਨਾ ਹੀ ਪ੍ਰੈਸ਼ਰ ਬਣਿਆ ਹੋਇਆ ਕਿਉਂਕਿ 2% ਪਹੁੰਚਣਾ ਬਹੁਤ ਆਸਾਨ ਨਹੀਂ ਹੈ। ਇੰਨਾ ਆਸਾਨ ਨਹੀਂ ਹੈ, ਉਹਨੂੰ ਟਾਈਮ ਲੱਗੇਗਾ ਔਰ ਬੜਾ ਮੁਸ਼ਕਿਲ ਨਾਲ ਪਹੁੰਚੇਗਾ। ਇਹ ਚੀਜ਼ ਯੂਐਸ ਵੀ ਕਹਿ ਰਿਹਾ ਨਾਲ ਇਹ ਸਾਰੇ ਇਕਨੋਮਿਸਟ ਵੀ ਮੰਨਦੇ ਨੇ ਕਿ ਇਹ 3.84% ਅਸੀਂ ਖੁਸ਼ ਤਾਂ ਹੋ ਰਹੇ ਹਾਂ, ਲੇਕਿਨ ਹਲੇ ਇਹ ਜਿਹੜਾ ਪੇਨ ਹੈ ਨਾ ਇਹ ਚੱਲਦਾ ਰਹੇ। ਯੈਸ, ਹੋ ਸਕਦਾ ਇੰਟਰਸਟ ਰੇਟ ਵਧਾਉਣ ਦੀ ਜ਼ਰੂਰਤ ਨਾ ਪਵੇ ਸਾਨੂੰ ਹੁਣ, ਕਿਉਂਕਿ ਇਸ ਵੇਲੇ ਅਸੀਂ ਓਵਰਨਾਈਟ 5%, ਬਟ ਓਵਰਨਾਈਟ ਅਸੀਂ 5% ਕਹਿ ਕੇ ਖੁਸ਼ ਹੋ ਜਾਂਦੇ ਹਾਂ, ਲੇਕਿਨ ਸਾਡਾ ਜਿਹੜਾ ਪ੍ਰਾਈਮ ਹੈ ਉਹ 7.20 ਹੈ। 7.20 ਬਹੁਤ ਜ਼ਿਆਦਾ ਹੁੰਦਾ ਹੈ ਜੀ। ਉਹਦੇ ਚੋਂ ਅਗਰ 2% ਵੀ ਕੱਢ ਦਿਓਗੇ ਤਾਂ ਵੀ 5.20 ਰਹਿ ਜਾਂਦਾ। ਸੋ ਬੇਸਿਕਲੀ ਇਸ ਵੇਲੇ ਜਿਹੜਾ ਪੇਨ ਚੱਲਦਾ ਪਿਆ ਹੈ, ਹਰ ਕੋਈ ਜਿਹੜਾ ਫਸਿਆ ਪਿਆ ਹੈ ਇਸ ਦੁਵਿਧਾ 'ਚ, ਉਹ ਧੀਰੇ ਧੀਰੇ ਇਨਫਲੇਸ਼ਨ ਨੂੰ ਥੱਲੇ ਲਿਆਏਗਾ, ਬਟ ਇੰਨੀ ਤੇਜ਼ੀ ਨਾਲ ਥੱਲੇ ਨਹੀਂ ਆਏਗੀ। ਇਹ ਜਿਹੜੀ ਇਨਫਲੇਸ਼ਨ ਵੀ ਥੱਲੇ ਗਈ ਹੈ, ਇਹਦੇ 'ਚ ਟਰੈਵਲ ਵੀ ਇਨਵੋਲਵ ਹੈ। ਲੋਕਾਂ ਨੇ ਜਿਹੜਾ ਜਿਹਨੂੰ ਅਸੀਂ ਕਹਿ ਰਹੇ ਸੀ ਰਿਵੈਂਜ ਟਰੈਵਲ, ਉਹ ਰਿਵੈਂਜ ਟਰੈਵਲ ਜਿਹੜਾ ਹੈ ਆਲਮੋਸਟ ਕੂਲ ਡਾਊਨ ਹੋ ਰਿਹਾ ਹੈ। ਪਹਿਲਾਂ ਕੋਵਿਡ ਤੋਂ ਬਾਅਦ ਜਿਹੜੇ 1.5-2 ਸਾਲ ਲੋਕਾਂ ਨੇ ਕਿਤੇ ਛੁੱਟੀਆਂ ਨਹੀਂ ਮਨਾਈਆਂ, ਕਿਤੇ ਗਏ ਨਹੀਂ, ਪਤਾ ਨਹੀਂ ਕਿੰਨੇ ਵਿਆਹ ਮਿਸ ਹੋ ਗਏ। ਹੁਣ ਫਟਾਫਟ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਸਾਰਾ ਟਰੈਵਲ ਚੱਲ ਰਿਹਾ ਹੈ, ਫਲਾਈਟਸ ਬੁੱਕ ਸੀਗੀਆਂ, ਹੁਣ ਉਹ 'ਚ ਸਲੋ ਡਾਊਨ ਹੋਇਆ ਉਹ ਰਿਵੈਂਜ ਟਰੈਵਲ 'ਚ, ਕਿਉਂਕਿ ਲੋਕਾਂ ਕੋਲ ਪੈਸਾ ਖਤਮ ਹੁੰਦਾ ਗਿਆ। ਸੋ ਹਲੇ ਵੀ ਅਗਰ ਦੇਖਿਆ ਜਾਵੇ ਓਵਰਆਲ ਇਕੋਨਮੀ 'ਚ ਅਸੀਂ ਸਲੋ ਡਾਊਨ ਦੇਖ ਰਹੇ ਹਾਂ। ਗਰੋਸਰੀ ਪ੍ਰਾਈਸ ਥੋੜਾ ਬਹੁਤ ਕਿਤੇ ਇਹ ਨਹੀਂ ਹੈ ਕਿ ਹਰ ਪਾਸੇ ਫੁੱਲ ਔਨ ਕੋਈ ਥੱਲੇ ਆ ਗਿਆ। ਸਾਡੇ ਸਰਕਾਰ ਦੇ ਕਰ ਲਈ ਜਿੰਨੀ ਕੋਸ਼ਿਸ਼ ਕਰਨੀ ਸੀ ਮੇਰੇ ਖਿਆਲ, ਕਿਉਂਕਿ ਗਰੋਸਰੀ ਵਾਲੇ ਸਟੋਰ ਵਾਲਿਆਂ ਨੇ ਉਹਨਾਂ ਨਾਲ ਗੱਲ ਵੀ ਕੀਤੀ, ਸਭ ਕੁਝ ਕੀਤਾ, ਉਸ ਤੋਂ ਬਾਅਦ ਵੀ ਹਲੇ ਤੱਕ ਕੋਈ ਇਹੋ ਜਿਹਾ ਕੋਈ ਸਾਨੂੰ ਦਿਖਦਾ ਨਹੀਂ ਪਿਆ ਕਿ ਉਹ ਥੱਲੇ ਆਣੇ ਸ਼ੁਰੂ ਹੋ ਗਏ ਨੇ ਇੰਨੇ ਜ਼ਿਆਦਾ। ਸੋ ਉਹ ਸਾਰੀਆਂ ਚੀਜ਼ਾਂ ਵੀ ਨੇ। ਲੈਟਸ ਸੀ ਹੁੰਦਾ ਕੀ ਹੈ, ਬਟ ਮੈਨੂੰ ਇਹ ਲੱਗਦਾ ਪਿਆ ਹੁਣ ਜਿਵੇਂ ਹੁਣ ਬੈਂਕ ਆਫ ਕੈਨੇਡਾ ਦੀਆਂ ਪ੍ਰੋਬਲਮ ਖਤਮ ਨਹੀਂ ਹੋਈਆਂ ਨੇ ਇਹਦੇ ਨਾਲ। ਹੁਣ ਕੈਨੇਡੀਅਨ ਡਾਲਰ ਡ੍ਰੌਪ ਹੋਣਾ ਸ਼ੁਰੂ ਹੋ ਗਿਆ। ਕੈਨੇਡੀਅਨ ਡਾਲਰ ਡ੍ਰੌਪ ਹੋ ਗਿਆ, ਇਸ ਵਜ੍ਹਾ ਨਾਲ ਸਾਨੂੰ ਸਾਡੀ ਇਨਫਲੇਸ਼ਨ ਵਧਣ ਦੇ ਚਾਂਸਿਸ ਹੋ ਗਏ ਨੇ। ਦੂਜੇ ਪਾਸੇ ਅਗਰ ਆਇਲ ਦੀ ਇਸੇ ਤਰ੍ਹਾਂ ਰੇਟ ਵੱਧਦੇ ਚਲੇ ਗਏ ਮਿਡਲ ਈਸਟ ਵਾਰ ਦੀ ਵਜ੍ਹਾ ਨਾਲ, ਫਿਰ ਸਾਡੀਆਂ ਸਪਲਾਈ ਤੇ ਇਫੈਕਟ ਆ ਜਾਏਗਾ, ਫਿਰ ਉਧਰ ਵੀ ਵਧਣਾ ਸ਼ੁਰੂ ਹੋ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਪ੍ਰੋਬਲਮ ਹੁੰਦੀਆਂ ਜਾਂਦੀਆਂ। ਜਿਵੇਂ ਹੁਣ ਰੀਅਲ estate ਦੇ ਏਰੀਆ ਦੇਖ ਲਓ, ਪੀਕੇ ਜੀ ਨੇ ਪਿਛਲੇ ਟਾਈਮ ਵੀ ਐਕਸਪਲੇਨ ਕੀਤਾ, ਜਿਹੜੇ ਹੁਣ ਰਿਨਿਊਅਲ ਆਣੇ ਨੇ, ਉਹ ਰਿਨਿਊਅਲ ਆਣੇ ਨੇ ਤਾਂ ਲੋਕਾਂ ਦੇ ਹੱਥ ਚੋਂ ਫਿਰ ਪੈਸਾ ਨਿਕਲ ਜਾਏਗਾ, ਖਤਮ ਹੋ ਜਾਏਗਾ, ਕਿਉਂਕਿ ਜਿਨ੍ਹਾਂ ਦੀ ਕਿਸ਼ਤ 2000 ਸੀ ਉਹ 4000 ਹੋ ਜਾਏਗੀ।
ਅਗਰ ਜਿਹੜੇ ਫਿਕਸ 'ਚ ਬੈਠੇ ਨੇ, ਜਿਹੜੇ ਵੇਰੀਏਬਲ 'ਚ ਬੈਠੇ ਨੇ ਉਹ ਹਲੇ ਵੀ ਪਿੰਚ ਕਰ ਰਹੇ ਨੇ। ਸੋ ਹਲੇ ਕੋਈ ਮੈਂ ਇੱਕ ਰੀਡਿੰਗ ਨਾਲ ਮੈਂ ਖੁਸ਼ ਨਹੀਂ ਹੋਣਾ ਚਾਹਾਂਗਾ। ਲੈਟਸ ਸੀ ਇਹ ਸੈਟਲ ਡਾਊਨ ਕਿਵੇਂ ਹੁੰਦਾ ਚੀਜ਼ ਵਿੱਚ। ਠੀਕ ਹੈ ਜੀ। ਔਰ ਤੁਹਾਡੀਆਂ ਜਿਹੜੇ ਕਾਲਸ ਆ ਰਹੇ ਨੇ ਉਹ ਵੀ ਲੈ ਰਹੇ ਆ, ਤੁਹਾਡੇ ਜਿਹੜੇ ਮੈਸੇਜ ਆ ਰਹੇ ਨੇ ਜੀ ਉਹ ਵੀ ਅਸੀਂ ਬਿਲਕੁਲ ਔਨ ਦੀ ਏਅਰ ਜਿਹੜੇ ਲੈਣ ਜਾ ਰਹੇ ਹੈਗੇ ਆ। ਸਭ ਤੋਂ ਪਹਿਲਾਂ ਤਾਂ ਜੀ ਹਾਂਜੀ ਪੰਕਜ ਜੀ ਤੁਹਾਡੇ ਲਈ ਸਵਾਲ ਹੈ। ਹਾਈ ਯੂਜਵਲ ਜੀ, ਕੈਨ ਯੂ ਆਸਕ ਮੋਂਗਾ ਜੀ ਇਫ ਸਟਾਕ ਮਾਰਕੀਟ ਹੈਜ਼ ਬॉटमड ਆਲਰੇਡੀ? ਹਾਂਜੀ, ਏਦਾਂ ਕੁਝ ਹੋਇਆ ਜੀ? ਮੈਂ ਇਹ ਕਹਾਂਗਾ ਕਿ ਹਲੇ ਥੋੜੇ ਬਹੁਤ ਚਾਂਸਸ ਹੋਰ ਨੇ ਉਹਦੇ 'ਚ, ਬਟ ਯੈਸ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਸਟਰੈਂਥ ਰੱਖਦੀਆਂ ਨੇ, ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਾਂ ਜਿਨ੍ਹਾਂ ਦੇ ਗਰੋਥ ਕੰਪਨੀਆਂ ਕਹਿ ਸਕਦੇ ਹਾਂ ਅਸੀਂ, ਜਾਂ ਜਿਨ੍ਹਾਂ ਦੇ ਸਬਸਟੈਂਸ ਹੈਗਾ ਹੈ, ਉਹ ਕੰਪਨੀਆਂ ਦੇ ਸ਼ੇਅਰ ਬੋਟਮ ਆਊਟ ਹੋ ਚੁੱਕੇ। ਲੇਕਿਨ ਜਿਹੜੇ ਬਹੁਤ ਜ਼ਿਆਦਾ ਟ੍ਰੇਡ ਕਰਦੇ ਨੇ, ਜਿਹੜੇ ਵੋਲੇਟਾਈਲ ਹੁੰਦੇ ਨੇ, ਉਹ ਵੋਲੇਟੈਲਿਟੀ ਹਲੇ ਵੀ ਉਹ ਦਿਖਦੀ ਪਈ ਹੈ। ਔਰ ਇਹ ਜ਼ਿਆਦਾਤਰ ਵੋਲੇਟੈਲਿਟੀ ਜਿਹੜੀ ਸਾਨੂੰ ਦਿਖਦੀ ਪਈ ਹੈ ਇਹ ਵਾਰ ਦੀ ਵਜ੍ਹਾ ਨਾਲ ਜ਼ਿਆਦਾ ਦਿਖਦੀ ਪਈ ਹੈ। ਧਿਆਨ ਹੋਏਗਾ ਤੁਹਾਨੂੰ ਜਦੋਂ ਰਸ਼ੀਆ ਔਰ ਯੂਕਰੇਨ ਦੀ ਵਾਰ ਸ਼ੁਰੂ ਹੋਈ ਸੀ ਉਸ ਵੇਲੇ ਵੀ ਇਹੀ ਸਾਰਾ ਹੰਗਾਮਾ ਹੋਇਆ ਸੀਗਾ, ਕਿਉਂਕਿ ਪਤਾ ਨਹੀਂ ਕੀ ਹੋ ਜਾਏਗਾ ਜੀ, ਵਾਰ ਸ਼ੁਰੂ ਹੋ ਗਈ ਹੈ। ਲੇਕਿਨ ਧੀਰੇ ਸੈਟਲ ਕਰਕੇ ਸਟਾਕ ਮਾਰਕੀਟ ਵਾਪਿਸ ਉਸੇ ਜਗ੍ਹਾ ਪਹੁੰਚ ਗਈ ਸੀ ਜਿੱਥੇ ਕਿ ਉਸ ਵਾਰ ਦੀ ਵਜ੍ਹਾ ਨਾਲ ਥੱਲੇ ਆਈ ਸੀ। ਹੁਣ ਜਿਹੜੀ ਇਹ ਨਵੀਂ ਵਾਰ ਸ਼ੁਰੂ ਹੋ ਗਈ ਹੈ, ਫਿਰ ਇੱਕ ਵਾਰੀ ਲੋਕ ਡਰ ਜਾਂਦੇ ਨੇ ਵੀ ਕਿੰਨੀ ਕੀ ਇਨਵੋਲਵਮੈਂਟ ਹੋਏਗੀ ਬਾਕੀ ਕੰਟਰੀਆਂ ਦੀ। ਉਹਦੇ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਕੋਈ ਸੈਂਕਸ਼ਨਸ ਆਉਣਗੀਆਂ ਜਾਂ ਕੀ ਇਕੋਨਮੀ 'ਚ ਚੱਲੇਗਾ। ਸੋ ਵੱਡੀਆਂ ਕੰਪਨੀਆਂ ਨੂੰ ਕੋਈ ਇਫੈਕਟ ਮੈਨੂੰ ਦਿਖਦਾ ਨਹੀਂ ਪਿਆ ਜੀ। ਸੋ ਮੇਜਰ ਬਿਗ ਮੈਂ ਕਹਾਂਗਾ ਜਿਹੜੀਆਂ ਮਿਡ ਕੈਪ ਹੁੰਦੀਆਂ ਨੇ ਜਾਂ ਸਮਾਲ ਕੈਪ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਇਹ ਥੋੜਾ ਜਿਹਾ ਹਲੇ ਪ੍ਰੋਬਲਮ ਚੱਲੇਗੀ ਸਟਾਕ ਮਾਰਕੀਟ। ਲੇਕਿਨ ਮਿਡ ਤੋਂ ਹਾਇਰ ਕੈਪ ਜਿਹੜੀਆਂ ਨੇ ਉਹ ਸਟੇਬਲ ਹੋ ਚੁੱਕੀਆਂ ਨੇ। ਸੋ ਵੀ ਆਰ ਆਲਮੋਸਟ ਔਨ ਬॉटम। That's all I want to ਜੀ। ਠੀਕ ਹੈ ਜੀ। ਆ ਜਿਹੜਾ ਤੁਹਾਨੂੰ ਅਗਲਾ ਕੰਪਲੀਮੈਂਟ ਮਿਲਿਆ ਹੈ ਇਹ ਹੁਣ ਤੱਕ ਮੇਰੇ ਖਿਆਲ ਦੇ ਨਾਲ ਸਿਰਫ ਸਚਿਨ ਤੇਂਦੁਲਕਰ ਨੂੰ ਮਿਲਿਆ ਸੀ, ਜਿਹੜਾ ਤੁਹਾਨੂੰ ਅੱਜ ਅਗਲਾ ਕੰਪਲੀਮੈਂਟ ਮਿਲਿਆ ਹੈ ਤੇ ਮੈਂ ਬਹੁਤ ਅਦਬ ਸਤਿਕਾਰ ਨਾਲ ਕਹਾਂਗਾ ਕਿ ਯੈਸ ਮੈਂ ਐਗਰੀ ਕਰਦਾ ਹੈ। ਸੁਖਵਿੰਦਰ ਸਾਹਿਬ ਨੇ ਉਹਨਾਂ ਨੇ ਕਿਹਾ ਹੈ ਕੁਡ ਯੂ ਪਲੀਜ਼ ਆਸਕ ਪੀਕੇ ਸਰ ਗॉड ऑफ रियल स्टेट what rates are offering for variable mortgage rates please sir god of real estate ਸੁਖਵਿੰਦਰ ਸਾਹਿਬ। ਅਰੇ ਨਹੀਂ ਜੀ ਸਰ, ਮੈਂ ਤੁਹਾਡਾ ਦਿੱਤਾ ਹੋਇਆ ਇੱਥੇ ਹੈਗਾ, ਤੁਹਾਡੀ ਵਜ੍ਹਾ ਨਾਲ ਬੈਠਾ ਹੋਇਆ ਸਰ। ਜਸਟ ਮੈਂ ਆਪਣਾ ਛੋਟਾ ਜਿਹਾ ਜਿਹੜਾ ਬੁੱਧੀ ਕਹਿ ਲਓ ਮੇਰੀ ਕਿ ਉਹ ਮੈਂ ਸ਼ੇਅਰ ਕਰ ਲੈਣਾ ਤੁਹਾਡੇ ਨਾਲ, ਤੁਹਾਡੇ ਕੋਲ ਲੋਕਾਂ ਨੂੰ ਸਿੱਖਿਆ ਹੋਇਆ। ਅਦਰਵਾਈਜ਼ ਜਿਹਨੂੰ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ ਹੈਗੀ। ਮੈਂ ਕਹਾਂਗਾ ਸਰ ਤੁਸੀਂ ਨਾ ਬਿਕੋਜ਼ ਤੁਸੀਂ ਇਹਨਾਂ ਨੇ ਕੀ ਕਿਹਾ ਵਾਟ ਰੇਟ ਕੀ ਦੁਬਾਰਾ ਕੁਐਸਚਨ ਕਰਨਾ ਸਰ? ਇਹਨਾਂ ਨੇ ਪੁੱਛਿਆ ਹੈਗਾ ਕੁਡ ਯੂ ਪਲੀਜ਼ ਆਸਕ ਪੀਕੇ sir god of real estate what rates are offering for variable mortgage rates please जी सुखविंदर। हाँ, इस बार जो है वेरिएबल सस्ता पै रहा है बहुत जी, क्योंकि फिक्स चलेगा मेरे ख्याल नाल बिकॉज आई एम नॉट ए मॉर्गेज ब्रोकर बट स्टिल मैं कहूँगा कि इस वक्त लगभग तुम मन के चलो 6.3 प्राइम -0.9 के आसपास मन के चलो वेरिएबल, बाकी ये प्लस माइनस हो जाता है थोड़ी प्रोफाइल के उत्ते जाके हो जाता है। बट आई विल स्ट्रांगली रिकमेंड गो फॉर वेरिएबल ओनली, फिक्स के उत्ते ना जाओ, चाहे वो सस्ता भी मिल रहे हो, क्योंकि आगे जाके रेट गिरने ही नहीं बदने नहीं है। 2 साल तक तुम फिर भी जा सकते हो अगर तुम रेट चंगा मिल जाए थे। बट मैं इतने डिस्क्लेमर दे देंगे कि मैं मॉर्गेज ब्रोकर नहीं है सर, इस करके सैकेंड ओपीनियन जरूर ले लो। थोड़े ते एक्सपर्ट्स आते हैं, कमल भाटिया मेरे पहले आते हैं, उन्होंने को पूछ लो, अयाज भाजी भी आते हैं, उन्होंने को पूछ लो, वो ज्यादा चंगा है जी। ठीक है जी। गिरीश जी तुसी ऑन दे रहो, नेक्स्ट कॉल जी। हेलो सरवर साहब, पहले तो आपको कॉम्प्लीमेंट ये कहना चाहता हूँ कि आपने आपके फंडे बिल्कुल क्लियर हैं जी, और जो आपसे नहीं करेगा उसको कहीं ना कहीं चुना थोड़ा सा लगेगा थोड़ा बहुत। थैंक यू सर। अच्छा, दूसरा ये है सरवर साहब, मुझे कुछ लगता है कि ना कुछ प्राइस 2021 के लेवल में कुछ आए हैं, तो किस टाइप की प्रॉपर्टी के आए हैं 21? वेरी नाइस सर, बहुत अच्छा क्वेश्चन है गिरीश जी। आप ना मुझे लगता है आप स्टडी करते हो बहुत, आप वाकई स्टडी करते हो, सब कुछ बैठ के अपना कंप्यूटर में जाके पढ़ते हो, क्योंकि आपके क्वेश्चन जो है ना बिल्कुल रेलेवेंट होते हैं, बिल्कुल रेलेवेंट होते हैं। इस बात को हम युद्धि जी इस बात को हमें अप्रिशिएट करना चाहिए कि हमारे लिसनर जो है ना बड़े इन्फॉर्म्ड है, बहुत इन्फॉर्म्ड है वो, और ये हमें प्राउड फील होता है और हम सीखते हैं गिरीश जी आप जैसे लोगों से, हम फिर सीखते हैं। यस, यू आर एब्सोल्युटली करेक्ट। ये जो 1900 जी सर, नहीं सर, ये आपको क्रेडिट जाता है इस बात का कि आप जो है ना बिल्कुल अपडेट रखते हैं अपने आप को, और आपके क्वेश्चन मैंने पिछले हफ्ते भी देखा, उससे पहले भी देखा, बहुत रेलेवेंट होता है आपके क्वेश्चन करंट मार्केट सिनेरियो से। सर ये 21 का रेट, क्योंकि आपने 21 कहा इसलिए मेरे को बड़ी ज्यादा खुशी हुई, क्योंकि 22 में रेट बहुत ज्यादा बढ़ गए थे, तो उसके बाद ये अभी मार्च के बाद फिर घटने शुरू हो गए, तो 22 से कंपेयर करना गलत था, 21 से कंपेयर करना ज्यादा बेटर था। जो आपने बिल्कुल थोड़ा ठीक मारा 21 के पास, उसके पास हम लोग लगभग पहुंच गए हैं, क्योंकि जो मैं कंपैरिजन दे रहा था ना सर आपको अभी थोड़ी देर पहले, वो मैं 22 से दे रहा था, सितंबर 2022 से, लेकिन आपने जब 21 कहा ना तो फिर वो कई लोग तो कंफ्यूज हो गए होंगे उसके अंदर जाके, या अभी तो पीके जी कुछ कह रहे थे अभी कुछ हो गया। यस, क्योंकि 21 अलग सिनेरियो था, 22 में अलग सिनेरियो हुआ पड़ा है, और स्पेशली जो लोगों ने प्री कंस्ट्रक्शन बुक किए थे 21 में और 22 में,
और जिनकी क्लोजिंग अभी है 1 महीने 2 महीने में, जिनकी अगले साल है वो फिर बच जाएंगे। जिनकी अभी क्लोजिंग है सर, हर रोज मैसेज आते हैं, हम अपना डिपॉजिट छोड़ देते हैं। 1 लाख डिपॉजिट दिया था, छोड़ दिया, हमारे से ले लो। 80,000 डिपॉजिट दिया था, छोड़ दिया, हमसे ले लो। इतने मैसेज आते हैं कि दुख होता है। और देखो अब ये वो इन्वेस्टर जो सो कॉल्ड इन्वेस्टर जो शॉर्ट टर्म में गए थे, लॉन्ग टर्म वाले भी थोड़े थोड़े फंसने शुरू हो गए, वो अलग बात है। लेकिन शॉर्ट टर्म तो इतने ज्यादा फंसने शुरू हो गए कि मार्केट में बाढ़ आई हुई है इस वक्त कि डिपॉजिट छोड़ रहा हूँ। अब गिरी जी डिपॉजिट छोड़ रहा हूँ और 21 में बुक किया था, क्या मतलब हुआ इसका कि कुछ प्रोजेक्ट्स तो प्री कंस्ट्रक्शन में तो 21 के प्राइस से भी नीचे चले गए। और रीसेल के अंदर यस वी आर वेरी क्लोज टू 21 प्राइसेस। थैंक यू। अच्छा सिमरन साहब, ये देखिए अभी कॉन्डो की भी क्लोजिंग आनी है ना बहुत सारे। अभी देखिए ब्रैम्पटन में एटलीस्ट कम से कम 1600-1700 है इन्वेंटरी, बहुत हाई। तो बिल्कुल ब्रैम्पटन में मेरा ब्रैम्पटन कभी भी ट्रिपल ए नहीं रहा, डबल ए नहीं रहा, ए रहा है। एक माउंट वर्ड जो प्रोजेक्ट भेजा था वो मैंने उसको एक कैटेगराइज किया था और उसके अंदर लोगों ने कमाया भी है। उसकी क्लोजिंग अभी आ भी रही है 2-4-6 महीने के अंदर। और वो एक कैटेगराइज किया था मैंने, उसको डबल ए नहीं किया, ट्रिपल नहीं किया। मैंने कभी भी ब्रैम्पटन के किसी प्रोजेक्ट को डबल ए ट्रिपल ए कैटेगराइज नहीं किया, क्योंकि ब्रैम्पटन के अंदर इंफ्रास्ट्रक्चर कॉन्डोज के लिए भी बहुत पीछे है। अब जैसे यहाँ पर डुओ है, अब डुओ जो है, अब डुओ की प्राइस भी कम है, सब कुछ ठीक है, मैं उसको भी कैटेगराइज ए नहीं कर सकता, चलो माइनस से कर सकता हूँ। पर बड़े अच्छे प्रोजेक्ट हैं, डुओ खुद भी गलत नहीं है अपने आप में, पर मैंने मार्केट नहीं किया, जिसने मांगा मैंने उसको दे दिया। तो ये जो क्लोजिंग्स आ रही है ब्रैम्पटन के अंदर कॉन्डोज की, इट इज ए मैटर ऑफ कंसर्न। अच्छा, अब एक सवाल मंगा जी, ये जो भारत की इकोनॉमी है और कनाडा की इकोनॉमी में क्या डिफरेंस लगता है? सुना था पहले यहाँ पे दूध की नदियां बहती थी, राइट? अब देखिए यहाँ पे वहाँ पे हाईवे भी बन रहे हैं, ट्रेन भी फास्ट चल रही है, जहाज भी बहुत खरीदे जा रहे हैं। यहाँ पे तो कुछ नहीं हो रहा है। यहाँ पे तो एक टॉरबरम एयरपोर्ट ब्रैमली रोड पे तो मैं सुबह देखता हूँ, मेरी बेटी बता रही है दोपहर में भी बस पूरे फुल जा रही है, ये बस भी नहीं चला पाते। तो ये जब पॉपुलेशन बढ़ेगी तब हाईवे बनेगा, या जब हाईवे बनेगा तब तो जी क्या होगा? देखिए आप कंपेयर नहीं कर सकते इस तरह से इंडिया को। उनकी पॉपुलेशन, उनका जो ग्रोथ चल रही है, जिस तरह से वो दुनिया के एक मैन्युफैक्चरिंग प्लेस बनता जा रहा है। पहले चाइना था, जैसे चाइना अभी भी है, मैं ऐसे नहीं कहूँगा, चाइना अभी भी है, लेकिन इंडिया खड़ा होता जा रहा है। लेकिन हमारे पास अभी वो कैपेसिटी है ही नहीं। हम है भी तो मतलब हमारे पास वो हमें उन कंट्रीज की तरफ देखना ही पड़ेगा, क्योंकि सस्ती चीजें वहीं से आ सकती है। अगर हम यहाँ पे वही सुई बनाने लगेंगे तो वहां तो वो सुई 1 पैसे में बन जाती होगी, 10 पैसे जो भी 1 रुपए में बन जाती होगी। यहाँ वो सुई बनाने वाला जो है $20 घंटा लेता है। तो आप सुई को कैसे कह सकते हो कि वो महंगी नहीं बनेगी? सो हमें कुछ चीजों के लिए उस तरफ जाना पड़ेगा, ऐसा हो ही नहीं सकता। आप बोलना चाह रहे हैं? हाँ जी। तो अब इस देश में क्या बने कि ऐसा कि यहाँ पे सरकार के पास पैसा उनके जेब में आए तभी आगे कुछ बढ़ेंगे? सर 3 चीजें तो अब बहुत कुछ बिजनेस किए जा सकते हैं। अब यूएस में बिजनेस इतने चलते हैं, हमारे पास इतने नहीं है। हाँ, लेकिन ये चीजें तो हमारे पॉलिटिकल विल चाहिए उसमें कि जाके और फैसिलिटीज दें और लेके आए, बिजनेसेस लेके आए। हम जैसे अभी यहाँ पे प्रॉब्लम पता है क्या है सर, हम दोनों तरफ से मारते हैं सरकार। मैं आपको अब अपने पे ब्लेम ले रहा हूँ, ये सारे हम उसमें जिम्मेदार हैं इन चीजों में, बिजनेस लाने के लिए भी। क्योंकि अगर कोई बिजनेस लेके आना है आपको तो उसको इंसेंटिव देने पड़ेंगे, उसको पैसा देना पड़ेगा आपको। एक फैक्ट्री लगवाई है अगर सेंट थॉमस में बैटरी की, तो उसके लिए दोनों सरकारों ने मिलकर पैसा दिया है, तभी वो आए हैं, अदरवाइज वो आएगा नहीं। अगर उनको लाना है, और होगा क्या उनके साथ, ये हम जो वोट डालने वाले हैं वो कहेंगे हमारा पैसा वेस्ट हो। सो आप या तो हमें अगर तरक्की चाहिए तो पैसा जेब से लगाना पड़ेगा सर। वो पैसा लगाने के लिए हम वो लगाने को तैयार नहीं है, हमारी सरकारें वो लगाने को तैयार नहीं है, क्योंकि उनको वोट नहीं मिलेंगे। नहीं, वो 8 साल पहले प्रॉमिस किया था भाई साहब ने कि यहाँ पे ये करेंगे वो करेंगे, कुछ किया ही नहीं, तो इस वजह से और हो गया। एनीवेज बहुत बहुत धन्यवाद जी आज के लिए। थैंक यू थैंक यू जी, बहुत बहुत शुक्रिया। थैंक यू गिरीश जी। हाँ जी, और अगली कॉल लवांगे जी। हाँ जी, और मैं दोबारा दसवां, मैनू इशारा हो रहा टीम वालों, कहते जी तुसी दस दिओ पूरा 24/7। बिल्कुल जी, सवेरे कई बार क्योंकि असी प्रोग्रामिंग जी सी असी कहते होंगे सी 17 घंटे 19 घंटे, हुण 17 घंटे 19 घंटे का कॉन्सैप्ट ही खत्म हो गया। 24/7 24 घंटे प्रोग्रामिंग चलेगी, तुसी आराम दे नाल सुन सकते हो, और खबरां तुहानू लेटेस्ट मिलणगियां, कोई हर टॉप ऑफ द आवर मिड आवर में। नेक्स्ट कॉल जी कमलेश पांड्या जी, गो है। गुड आफ्टरनून टू एवरीबडी। गुड आफ्टरनून सर। समरवाल साहब, मैंने लास्ट वीक बताया था कि हमारा लैंडलॉर्ड टेनेंट बोर्ड में 1 साल हो गया, तो उसकी डेट यस्टरडे थी, राइट, हियरिंग की। आप नहीं मानेंगे, हमने काफी एविडेंस दिए थे, सबमिट भी किए थे,
लेकिन उन लोगों ने दे नेवर गो थ्रू द एविडेंस। यस्टरडे जब हमारा केस स्टार्ट हुआ, देन शी वाज आस्किंग मी वेयर इज योर एविडेंस ऑन विच नंबर्स ऑफ पेज, मतलब ऑनलाइन था तो मैं लॉयर के साथ बैठा था। मुझे लगता है कि जब आप एविडेंस सबमिट करते हो तो भी वो लोग कुछ नहीं देखते जब तक आपका केस बोर्ड पे नहीं आता है और डिस्कशन में नहीं आता, तभी वो देखता है पुलिस रिपोर्ट थी, ये था वो था। तो ये लैंडलॉर्ड टेनेंट बोर्ड सही में बैकग्राउंड में कुछ काम ही नहीं करता है। शॉर्ट सप्लाई सर, इनका स्टाफ इतना कम है। अभी देखो मैंने आपको बताया था 5-1 महीने पहले, 6 महीने पहले, जब डग फोर्ड साहब ने स्टाफ के लिए 1.5 मिलियन और LTV के लिए उन्होंने पंप इन किया था कि स्टाफ इनका बढ़ाया जाए। कुछ बड़ा भी है स्टाफ, ऐसी बात नहीं है, पर अभी भी उस हिसाब से केस बढ़ते जा रहे हैं। टेनेंट की अपनी परेशानियां आ रही है, लैंडलॉर्ड की अपनी परेशानी आ रही है। लेकिन सर बताइए, जब आपका उन्होंने केस देखा, जब आपने एविडेंस किया, उसके बाद उन्होंने क्या बोला? आपको डेट मिली अगली, क्या हुआ? उन्होंने बोल दिया कि वी विल इश्यू द ऑर्डर फॉर इवैक्यूएशन, बट उन्होंने वो बोला कि वो इट विल टेक टाइम टू डू दैट वन, मे बी 1 वीक से लेके 2 महीने। हाँ, कोई बात नहीं, आपको ऑर्डर मिल गया। ये कितने महीने की डेट मिली थी आपको? पहले मुझे फर्स्ट टाइम लैंडलॉर्ड टेनेंट बोर्ड के लिए 1 साल की डेट मिली। हाँ, तो ये टेनेंट आपका किराया नहीं दे रहा था ना, वो वाला किस्सा नहीं है ना, किराया नहीं दे रहा था। लेकिन मैं आपको बता दूं, आप इसकी रिपोर्ट जो है इक्वाफैक्स में करिए और वो छोड़िएगा मत पैसा, प्लीज। लेकिन वो करने के लिए उन्होंने बोला कि वो करने के लिए हमने इंक्वायरी किया, उसमें उन्होंने बोला कि पहले आपको ये सब केस कलेक्शन एजेंसी को देना पड़ेगा, कलेक्शन को दे दो आप, और ऑन बिहाफ ऑफ यू कलेक्शन एजेंसी कैन ओनली रिपोर्ट द इक्विफैक्ट। यस, बिल्कुल ठीक। अगर चाहिए आपको कलेक्शन एजेंसी का नंबर चाहिए और एड्रेस चाहिए, मुझे टेक्स्ट डाल देना, मैं आपको दे दूंगा और उनके थ्रू आप जाइएगा और इक्वाफैक्स में और इनका क्रेडिट खराब करिए, पैसे लीजिए, क्योंकि ऐसे ही है, आदत खराब होती जा रही है, बिगड़ते जा रहे हैं। जो पैसा दे सकता है टेनेंट वो भी नहीं दे रहा, जानबूझ के 1 साल के बाद भाग जाएंगे। यकीन मानिए, कभी कभी देखो, एक तरफ से तो आप सोच रहे हैं कि 1 मिलियन पीके सबर ने डोनेट कर दिया, और एक तरफ से 1000 लेने के लिए मैं 10,000 खर्च कर दूंगा, पर 1000 छोड़ूंगा नहीं, क्योंकि मैं बेईमानी नहीं होने दूंगा। बात खत्म। सही बात है, सही। और वो टेनेंट तो आया भी नहीं था, ही वाज नॉट ऑन द बोर्ड, वो एब्सेंट ही रहा पूरे दिन। हाँ, मतलब आया ही नहीं था हमारे के लिए। तो मुझे लगता है कि लैंडलॉर्ड टेनेंट बोर्ड का एविडेंस तो पढ़ लेना चाहिए जब आप सबमिट करो, तो वो पढ़ता ही नहीं है। सबसे बड़ी बात वो, अगर एविडेंस पढ़ लेते तो आपका फास्ट हो जाता। और कल मैंने देखा कि इसमें सडबरी का भी केस था, नायगरा का भी केस था, अभी सेंट्रलाइज ही कर दिया उन्होंने, मतलब जो जोन वाइज बिल्कुल नहीं करते, सब सेंट्रलाइज कर दिया। जो मैं थोड़ा बहुत जानता हूँ, जो थोड़ा बहुत मैं इनके साथ बैठता हूँ कभी कभी, नाम नहीं मैं ले सकता सर, उन्होंने आपका केस देखा था, लेकिन उन्होंने डिसाइड भी कर लिया था। मेरा अपना अंदाजा है, देखा था, उन्होंने डिसाइड भी कर लिया था। जस्ट उन्होंने बताया जी, बताओ जी एविडेंस क्या है, ये वो डिसाइड वो कर चुके थे कि अब 1 साल हो गया, टेनेंट ने इनको जो है रेंट नहीं दिया, तो हमने अभी एविक्शन का ऑर्डर देना है, ये वो डिसाइड कर चुके थे सर। बस एज ए फॉर्मेलिटी उन्होंने कहा जी बताओ कहाँ पर एविडेंस है, उन्होंने आपको 2-4 दिन के अंदर आपको उनकी जजमेंट आ जाएगी, ये मेरा मानना है सर। अच्छा, वो और एक क्वेश्चन था रियल एस्टेट के हिसाब से कि अगर इंटरेस्ट रेट थोड़ा भी कम होता है, सपोज 0.5% नेक्स्ट ईयर कम होता है, तो आपको नहीं मालूम, आपको नहीं लगता कि प्रॉपर्टी फिर से ऊपर आएगी, प्राइसेस आएगी, तो वो तो 0.5% प्राइस में कंपेंसेट हो जाएगा ना। हर एक घर का मकान का प्राइस 50,000 या $1,00,000 बढ़ गया तो फायदा ही नहीं है। 50,000 $1,00,000 तो मतलब ही नहीं उठता बढ़ने का। TD बैंक कह रहा है कि प्राइस गिरेगा, रॉयल पेज और अलग 2-3 और भी हैं, वो लोग कह रहे हैं कि प्राइस बढ़ेगा 6 से 7%। मेरा मानना है कि प्राइस इन्फ्लेशन के हिसाब से चलेगा। बस अगर इन्फ्लेशन के लेके आ जाते हैं 3-3.5% तक, तो प्राइस 3-3.5% तक ही बढ़ेगा इंटरेस्ट रेट गिरने के बाद, मेरा ये मानना है जी। अच्छा, पंकज भाई से मेरा क्वेश्चन है, पंकज भाई से जी कि ये जो स्टॉक वगैरह है, इंडेक्स फंड वगैरह, जो हाईटेक मतलब टेक्नोलॉजी के फंड वगैरह, टेक्नोलॉजी के स्टॉक से, क्या लगता है आपको कब तक वो थोड़े बैलेंस हो जाएंगे, थोड़े ऊपर आएंगे? जो इन्वेस्टरों ने जो लास्ट ईयर में पैसा डाला तो कब निकाल सकते हैं उसको? नहीं, डिपेंड करता है आप किस स्टॉक की बात कर रहे हैं, कौन सा टेक्नोलॉजी स्टॉक? नहीं, टेक्नोलॉजी में तो बहुत कुछ है। अब अगर एप्पल को लेना चाहेंगे तो एप्पल तो वैसे भी ऑल टाइम हाई बैठा हुआ है इस वक्त, तो इस वक्त ऑल टाइम हाई बैठा हुआ है। तो आप डिपेंड करते हैं सर आप किस स्टॉक की बात कर रहे हैं। तो ओवरऑल आप देखो तो स्टॉक डाउन ही, ओवरऑल मार्केट डाउन ही जा रहा है। जैसे इलेक्ट्रिक कार्स की कंपनियां, काफी छोटी छोटी कंपनियां हैं, टेस्ला की मैं बात नहीं कर रही, दूसरे और कंपनियां की,
उसमें भी जान नहीं आ रही, जैसे मतलब स्पीड नहीं बढ़ रही है जो। क्योंकि स्पीड इसलिए नहीं बढ़ रही है सर क्योंकि वो कंपनियां बेच ही नहीं पा रही है। जब उनका प्रॉफिट ही नहीं है तो उनका स्टॉक कैसे ऊपर जाएगा? तो इतनी डिमांड तो अगर जिन कार की तो भी नहीं, इतनी डिमांड नहीं है सर। अगर आप देखा जाए तो कितनी आपको कार दिखती है? अब नॉर्मली क्या हुआ है, इलेक्ट्रिक कार की कंपटीशन में सारे ही आ गए। हुंडई बना रहा है, टोयोटा बना रहा है, लाइक हर कंपनी की तो इलेक्ट्रिक कार चल रही है। सो वो छोटी छोटी कंपनियों की कार क्यों बिकेगी जब हुंडई की कार आपको इलेक्ट्रिक मिल रही है? सो मैं हमेशा उसके अगेंस्ट रहा था। मुझे याद है जिन जैसे आप नियॉन की बात कर रहे हो, आई कैन अंडरस्टैंड। हो क्या रहा है सर, ये चीजें लोगों ने जिन्होंने भी इसके स्टॉक खरीदे थे एक दूसरे से सुन के खरीद लिए थे। जैसे मैरुआना में हुआ था, मैरुआना में भी यही हुआ था, खरीद लो, पता नहीं ये तो पता नहीं बहुत बड़ा बन जाएगा, ये तो इलेक्ट्रिक बहुत बड़ी बन जाएगी, टेस्ला इतनी ऊपर जा रही है बाकी भी चली जाएगी। ऐसे कैसे हो सकता है? हर कंपनी चली जाएगी क्योंकि बाकी कंपनियां उसके कंपटीशन में खड़ी है ना। ये बेवकूफ थोड़ी है। इतनी बड़ी बड़ी कंपनियां जो जीएम जैसी कंपनियां चल रही है या फोर्ड चल रहा है या क्राइसलर चल रहे हैं, इतने बड़े नाम चल रहे हैं, ये क्या इस कंपटीशन में नहीं आना चाहेंगे? तो छोटी कंपनी इतनी कैसे कामयाब हो सकती है जो नहीं खड़ी हुई है आज की डेट में? ठीक है, टेस्ला अलग चीज थी, उन्होंने ले गया टेस्ला को, लेकिन हर कोई टेस्ला नहीं बन सकता। तो आई डोंट थिंक सो कि वो इतना जल्दी कोई ऊपर आने वाली चीज है सर। थैंक यू वेरी मच। थैंक यू सर। आपके ये कलेक्शन एजेंसी की बात और मुझे टेक्स्ट मैसेज आ गया, मिस्टर पन्नू है कोई हमारे लिसनर, वो कह रहे हैं कि वो उसका हमें अगर आप नाम और फोन नंबर दे सकते हैं तो मैं उनको बता देता हूँ, बाकी को भी काम आ जाएगा कलेक्शन सर्विसेज का। CBV, C फॉर चार्ली, B फॉर बॉम्बे, V फॉर विक्टर, CBV कलेक्शन सर्विसेज। ये शेपर्ड एवेन्यू के ऊपर कहीं पर है, शेपर्ड एवेन्यू ईस्ट में कहीं पर है और नॉर्थ यार्ड के अंदर। नंबर मुझे याद है, लिख लीजिए, बड़ा इजी नंबर है इसका, 1888 311 1121 311 1121 1888 311 1121। ये CBV कलेक्शन सर्विस, इनको कांटेक्ट करेंगे तो ये आपके ब्याह पर इकोफैक्स कनाडा के ऊपर आपकी रिपोर्ट डाल देंगे जी। चलो थैंक यू सर, थैंक यू। हाँ जी, अगली कॉल जी सुखदेव गिल जी, ਤੁਸੀਂ ਆਉਂਦੇ ਹੋ। ਸੁਖਦੇਵ ਗਿੱਲ ਜੀ, ਗੋ ਹੈਡ। ਜਦੋਂ ਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਤੁਹਾਡਾ ਜਿਹੜੀ ਕਹਿ ਰਹੇ ਸੀ, ਆਪਣੇ ਮੋਂਗਾ ਸਾਹਿਬ ਕਹਿ ਰਹੇ ਸੀ ਕਿ ਆਪਣੀ ਚਲੋ ਗਵਰਨਮੈਂਟ ਸਬਸਿਡੀ ਦਿੰਦੀ ਆ ਕੰਪਨੀਜ਼ ਨੂੰ ਜਿਹੜੀਆਂ ਡਿਵੈਲਪ ਆਪਣੀਆਂ ਇਨਵੈਸਟਮੈਂਟ ਕਰਦੀਆਂ। ਉਹ ਮੈਂ ਤੁਹਾਡੇ ਕੋਲੋਂ ਥੋੜੇ ਜਿਹੇ ਜਨਰਲ ਕੁਐਸਚਨ ਪੁੱਛਣਾ ਚਾਹੁੰਦਾ ਸੀ। ਜਿਹੜੀ ਸੇਂਟ ਥਾਮਸ ਦੇ ਵਿੱਚ ਬੋਲਸਵੈਗਨ ਦਾ ਪਲਾਂਟ ਆ ਰਿਹਾ ਜੀ, ਤੇ ਉਹ $7 ਬਿਲੀਅਨ ਦੀ ਆਈ ਥਿੰਕ ਸੋ ਕਿ ਐਡਾ ਪ੍ਰੋਜੈਕਟ ਹੈਗਾ। ਜਦੋਂ ਜੀ ਉਹਨੂੰ 1500 ਏਕੜ ਲੈਂਡ, ਜਿਹਦਾ ਅਪਰੋਕਸੀਮੇਟ ਜੇ ਤਾਂ ਇੰਡਸਟਰੀਅਲ ਲੈਂਡ ਦਾ ਤੁਸੀਂ 3 ਲੱਖ ਤੋਂ 5 ਲੱਖ ਪਰ ਏਕੜ ਦੇ ਹਿਸਾਬ ਨਾਲ ਐਵਰੇਜ ਕਰ ਦੋ, ਡੂ ਯੂ ਥਿੰਕ ਕਿ 1500 ਏਕੜ ਦੇ ਵਿੱਚ ਕੋਈ ਪਲਾਂਟ ਚਾਹੀਦਾ ਹੋਣਾ, ਵੀ ਐਡਾ ਬੜਾ ਏਰੀਆ ਚਾਹੀਦਾ ਹੁਣ ਉਹਨਾਂ ਨੂੰ ਲਾਉਣ ਵਾਸਤੇ? ਵੀ 1500 ਏਕੜ ਲੈਂਡ ਆਈ ਥਿੰਕ ਇਜ਼ ਟੂ ਮੱਚ। ਤੁਹਾਡੇ ਕੀ ਓਪੀਨੀਅਨ ਹੋਣੇ ਜੀ ਦੱਸੋ ਜੀ ਪੰਕਜ ਜੀ। जो अच्छा मैं तो पूछ रही हूँ, ओके मैं नहीं 1500 देखो जे मेरे तो पूछ रहा 1500 एकड़ लैंड तो बहुत वड्डी है। आई डोंट थिंक सो कि 1500 एकड़ की जरूरत होएगी कोई बनाने वास्ते जी। बाकी पंकज जी भी दस दें। मैं भी एग्री करता जी इस चीज से, क्योंकि 1500 एकड़ तो बहुत ज्यादा होता है। ठीक है, प्लांट वगैरह ਜੋਦਵੀ ਜੀ ਇਹ ਤਾਂ ਰਿਟਰਨ ਦੇ ਵਿੱਚ ਆ ਵੀ 1500 ਏਕੜ 800 ਏਕੜ ਹੋਰ ਤੇ ਪਲੱਸ ਉਹਨਾਂ ਨੇ 800 ਏਕੜ ਦਾ ਸਿਟੀ ਦੀ ਆਪਣੀ ਪ੍ਰਾਪਰਟੀ ਸੀ, ਪਲੱਸ ਉਹਨਾਂ ਨੇ ਐਕਸਟਰਾ ਅਕਵਾਇਰ ਕੀਤੀ ਆ। ਇਹ ਆਈ ਡੋਂਟ ਨੋ ਵੀ ਕਿਸੇ ਮੀਡੀਆ 'ਚ ਖਬਰ ਵੀ ਨਹੀਂ ਉੱਠੀ ਵੀ 1500 ਏਕੜ ਕ੍ਰੈਸਲਰ ਦਾ ਪਲਾਂਟ ਬਰੰਪਟਨ 'ਚ ਹੈਗਾ, ਮੇਰੇ ਖਿਆਲ 50 ਏਕੜ 'ਚ ਹੋਣਾ ਮੈਕਸੀਮਮ, 70 ਏਕੜ 'ਚ ਕਾਰ ਬਣ ਰਹੀ ਆ। ਵੀ ਇੱਕ ਤੁਸੀਂ ਬੈਟਰੀ ਪਲਾਂਟ ਖਾਤਰ ਵੀ 1500 ਏਕੜ, ਕਿਸੇ ਮੀਡੀਆ ਨੇ ਵੀ ਹਾਈਲਾਈਟ ਨਹੀਂ ਕੀਤਾ। ਇਹ ਮਤਲਬ ਅਕਸਰ ਨੂੰ ਸਬਸਿਡੀ ਤੇ ਲੈਂਡ ਮਿਲੀ ਹੋਣੀ ਉਹਨਾਂ ਨੂੰ, 50,000 ਏਕੜ ਨੂੰ ਮਿਲੀ ਹੋਣੀ ਜਾਂ ਇਸ ਤੋਂ ਬਾਅਦ ਸਿਟੀ ਨੇ ਦਿੱਤੀ ਹੈ ਪ੍ਰਾਪਰਟੀ। ਪਰ ਇਹ ਕਿਸੇ ਵੱਡੇ ਮੀਡੀਆ ਨੇ, ਤੁਸੀਂ ਵੀ ਕਹਿੰਦੇ ਹੋ ਸਟੋਰੀ ਬਿਹਾਈਂਡ ਦਾ ਹੈਡਲਾਈਨ ਆਪਾਂ ਕਰਦੇ ਆ, ਤੇ 1500 ਏਕੜ ਦਾ ਆਈ ਥਿੰਕ ਵਾਇਬਲ ਜਾਂ ਸ਼ਾਇਦ ਤੁਸੀਂ ਨਹੀਂ ਆਏ ਹੁਣ ਤੁਹਾਡੇ ਨੋਟਸ ਵਿੱਚ, ਮੈਨੂੰ ਤਾਂ ਨਹੀਂ ਲੱਗਦਾ ਵੀ ਵਾਇਬਲ ਹੈ। ਨਹੀਂ ਮੇਰੇ ਵੀ ਖੁਦ ਇਹ ਵਾਇਬਲ ਨਹੀਂ ਹੈ। ਤੁਸੀਂ ਸਰਕਾਰ ਨੇ ਪੈਸਾ ਜ਼ਰੂਰ ਦਿੱਤਾ ਹੈ, ਪਰ ਜ਼ਮੀਨ ਜਿਹੜੀ ਹੈ ਉਹਦੇ ਤੇ ਮੈਂ ਚੈੱਕ ਕਰ ਲੈਣਾ ਕਿੰਨੀ ਸਬਸਿਡੀ ਮਿਲੀ ਉਹਨਾਂ ਨੂੰ। ਸਰ ਉਹ ਤਾਂ ਸਿਟੀ ਦੀ ਕੋਈ ਵੀ ਲੈਂਡ ਲਾਓਗੇ ਤਾਂ ਤੁਸੀਂ ਕਿਸੇ ਵੀ ਸਾਈਡ ਤੇ ਜਾ ਕੇ ਦੇਖ ਲਓ, ਕਹਿੰਦੇ ਕੰਸਟਰਕਸ਼ਨ ਕਰੋ ਅਸੀਂ 80,000 ਨੂੰ ਏਕੜ ਦੇ ਰਹੇ ਹਾਂ, 50,000 ਨੂੰ ਏਕੜ ਦੇ ਰਹੇ ਹਾਂ, ਇਸ ਤੋਂ ਵੱਧ ਤਾਂ ਸਿਟੀ ਦੀ ਕੋਈ ਪ੍ਰਾਪਰਟੀ ਨਹੀਂ ਹੈ ਜਿਹੜੀ ਕਿਸੇ ਸਾਈਡ ਸਿਟੀ ਤੇ ਜਾ ਕੇ ਚੈੱਕ ਕਰ ਲਓ। ਤੇ ਪਰ 1500 ਏਕੜ ਤਾਂ ਟੂ ਮੱਚ ਹੈ। ਉਹ ਤਾਂ ਚਾਹੇ ਪਿਛਲੇ ਆਉਂਦੀਆਂ 200 ਸਾਲ ਨੂੰ 300 ਸਾਲ ਨੂੰ 1500 ਏਕੜ। ਹਾਂ, ਕਿਉਂਕਿ ਜਿਹੜੀ ਸਾਡੇ ਕੋਲ ਪ੍ਰੈਸ ਰਿਲੀਜ਼ ਆਈ ਸੀ ਉਹ 'ਚ ਜ਼ਮੀਨ ਨਹੀਂ ਉਹਨਾਂ ਨੇ ਦੱਸੀ ਸੀਗੀ, ਜ਼ਮੀਨ ਦੀ ਦੱਸੀ 1500 ਏਕੜ। ਤੁਸੀਂ ਕਿੱਧਰ ਪੜ੍ਹੀ ਕਿੱਥੇ ਇਹ ਸਾਰੀਆਂ ਨਿਊਜ਼ ਤਾਂ ਜਿਹੜੀ ਮਰਜ਼ੀ ਨਿਊਜ਼ ਕੱਢ ਕੇ ਦੇਖ ਲਓ ਜੀ, ਉਹਦੇ ਵਿੱਚ ਜਿੰਨੀਆਂ ਮੇਨ ਮੀਡੀਆ ਦੇ ਨਿਊਜ਼ ਉਹ 'ਚ ਆ ਰਹੀਆਂ 1500 ਏਕੜ ਲੈਂਡ ਰਿਕਵਾਇਰ ਕਰ ਰਹੇ। ਨਹੀਂ, ਪਰ ਕਿਹੜੇ ਵਾਲੇ ਪਲਾਂਟ ਦੀ ਤੁਸੀਂ ਗੱਲ ਕਰ ਰਹੇ ਹੋ? ਸੇਂਟ ਥਾਮਸ ਸਰ, ਸੇਂਟ ਥਾਮਸ।
ਜਿਹੜਾ ਵੋਲਸਵੈਗਨ ਦਾ ਪਲਾਂਟ ਲੱਗ ਰਿਹਾ ਸੀ। ਵੋਲਸਵੈਗਨ ਦਾ ਜਿਹੜਾ ਪਲਾਂਟ ਲੱਗ ਰਿਹਾ ਮੈਂ ਚੈੱਕ ਕਰ ਲੈਣਾ, ਬਟ ਆਈ ਡੋਂਟ ਥਿੰਕ ਸੋ ਕਿ ਜਿਹੜਾ ਬੈਟਰੀ ਪਲਾਂਟ ਲੱਗ ਰਿਹਾ ਉੱਥੇ। ਹਾਂਜੀ, ਸਿਟੀ ਦੀ ਨਿਊਜ਼ ਆ, ਸਿਟੀ ਦੀਆਂ ਨਿਊਜ਼ ਆ, ਸੇਂਟ ਥਾਮਸ ਦੀ ਸਿਟੀ ਦੀ ਨਿਊਜ਼ ਆ, ਜਿਹੜੀ ਮਰਜ਼ੀ ਉਹਨਾਂ ਦੀ ਕੱਢ ਲਓ, ਚਾਹੇ ਸਿਟੀ ਦੀ ਵੈਬਸਾਈਟ ਤੇ ਜਾ ਕੇ ਕੱਢ ਲਓ, ਜਿੱਥੋਂ ਮਰਜ਼ੀ ਕੱਢ ਲਓ, ਉਹ ਸਾਰੀ ਨਿਊਜ਼ ਆ ਵੀ 1500 ਏਕੜ ਅਕਵਾਇਰ ਕਰ ਰਹੇ। ਪਰ ਉਹ ਫਿਰ ਆਪਣੇ ਆਪ ਕੋ ਕਰ ਰਹੇ ਹੋਣਗੇ ਇੰਨੇ ਵੱਡੇ ਲਈ। ਆਈ ਡੋਂਟ ਥਿੰਕ ਸੋ ਕਿ ਸਿਟੀ 1500 ਏਕੜ ਜ਼ਮੀਨ 1500 ਏਕੜ ਸਿਟੀ ਨੇ ਦਿੱਤੀ ਹੈ ਜੀ ਉਹਨਾਂ ਨੂੰ ਲੈਂਡ ਅਕਵਾਇਰ ਕਰਕੇ। ਸਿਟੀ ਨੇ 800 ਏਕੜ ਸਿਟੀ ਦੀ ਆਪਦੀ ਸੀ, ਪਲੱਸ ਉਹਨਾਂ ਨੇ ਸਰਪਲਸ ਫਾਰਮਰ ਤੋਂ ਲੈਂਡ ਅਕਵਾਇਰ ਕੀਤੀ ਆ। ਇਹਨਾਂ ਦਾ ਐਗਰੀਮੈਂਟ ਦੇ ਵਿੱਚ ਸਾਰਾ ਕੁਝ ਹੈਗਾ ਉਹ। ਬਟ ਅਗਰ ਉਹਨਾਂ ਨੇ ਆਪ ਖਰੀਦੀ ਹੈ ਤਾਂ ਉਹਦੇ 'ਚ ਪ੍ਰੋਬਲਮ ਕੀ ਹੈ ਜੀ? ਨਹੀਂ, ਆਪ ਕਿੱਥੋਂ ਖਰੀਦੀ ਹੈ ਸਰ? 700 ਮਿਲੀਅਨ ਤਾਂ ਉਹ ਫੈਡਰਲ ਗਵਰਨਮੈਂਟ ਨਹੀਂ, ਉਹ ਸਰ ਉਹ ਚੀਜ਼ਾਂ ਤਾਂ ਪੈਸਾ ਦਿੱਤਾ ਗਿਆ ਉਹਨਾਂ ਨੂੰ, ਉਸ ਤੋਂ ਬਾਅਦ ਉਹ ਕੀ ਕਰ ਰਹੇ ਨੇ ਉਸ ਪੈਸੇ ਦਾ? ਸਰ ਪਹਿਲਾਂ ਤੁਸੀਂ ਬੈਠ ਓਕੇ, ਮੈਨੂੰ ਨਹੀਂ ਪਤਾ, ਪਹਿਲਾਂ ਇਹਨੂੰ ਸਟੱਡੀ ਕਰੋਗੇ ਤਾਂ ਹੀ ਆਪਾਂ ਡਿਸਕਸ ਕਰਦੇ। ਆਪਾਂ ਗੈਸ ਤਾਂ ਨਹੀਂ ਕਰ ਸਕਦੇ ਉਹਨਾਂ ਨੇ ਆਪ ਖਰੀਦੀ ਜਾਂ ਨਹੀਂ ਖਰੀਦੀ। ਤੁਸੀਂ ਤਾਂ ਮੀਡੀਆ ਦੀ ਗੱਲ ਕਰਦੇ ਹੋ ਨਾ, ਆਪਾਂ ਤਾਂ ਇਦਾਂ ਨਹੀਂ ਕਰ ਸਕਦੇ, ਕਹਿ ਸਕਦੇ ਖਰੀਦੀ ਕਿ ਨਹੀਂ ਖਰੀਦੀ। ਪਹਿਲਾਂ ਆਪਾਂ ਨੂੰ ਚੈੱਕ ਕਰਨਾ ਪਏਗਾ ਨਾ। ਬਟ 1500 ਏਕੜ ਮੈਨੂੰ ਸ਼ੱਕ ਹੈ ਕਿ ਸਿਟੀ ਜਿਹੜੀ ਆ ਉਹ 1500 ਏਕੜ ਉਹਨਾਂ ਨੂੰ ਦੇਗੀ। ਮੈਨੂੰ ਇਸ ਗੱਲ ਦਾ ਸ਼ੱਕ ਹੈ। ਇਹ ਤਾਂ ਸ਼ੂਅਰ ਹੈ ਵੀ ਉਹਨਾਂ ਨੂੰ 1500 ਏਕੜ ਮਿਲੀ ਆ। ਮੈਂ ਇਹਦੇ ਬਾਰੇ ਸ਼ੂਅਰ ਨਹੀਂ ਕਹਿ ਸਕਦਾ ਵੀ ਉਹਨਾਂ ਨੇ ਆਪ ਖਰੀਦੀ ਆ ਕਿ ਕਿੱਦਾਂ ਸਬਸਿਡੀ ਵਿੱਚ। ਇੱਕ ਪਾਸੇ ਤਾਂ 700 ਮਿਲੀਅਨ ਸਬਸਿਡੀ ਲੈ ਰਹੇ ਆ, ਦੂਜੇ ਪਾਸੇ 1500 ਏਕੜ ਲੈਂਡ ਖਰੀਦ ਰਹੇ ਆ। ਤੁਸੀਂ ਚੈੱਕ ਕਰੋਗੇ ਤਾਂ ਪਤਾ ਲੱਗ ਜਾਏਗਾ ਤੁਹਾਨੂੰ। ਓਕੇ, ਮੈਂ ਚੈੱਕ ਕਰਕੇ ਤੁਹਾਨੂੰ ਦੱਸ ਦਿੰਦਾ। ਬਟ 1500 ਏਕੜ ਜਿਹੜੀ ਤੁਸੀਂ ਕਹਿ ਰਹੇ ਹੈਗੇ ਹੋ, ਫਿਰ ਮੈਂ ਚੈੱਕ ਕਰਾਂਗਾ ਜੀ, ਚੈੱਕ ਕਰਕੇ ਦੱਸ। ਬਟ ਆਈ ਡਾਊਟ ਕਿ 1500 ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ, ਜੇ ਵੱਡੇ ਮੀਡੀਆ ਦੇ ਲਓ, ਜਿੱਥੋਂ ਮਰਜ਼ੀ ਇਹ ਨਿਊਜ਼ ਸਾਰੇ ਪਾਸੇ ਪਈ ਹੈ। ਵੱਡੇ ਮੀਡੀਆ ਸਰ, ਵਾਈ ਮੀਡੀਆ ਤੋਂ ਕਿਹੜਾ ਵੱਡਾ ਮੀਡੀਆ? ਤੁਹਾਨੂੰ ਇੱਕ ਦਿੱਤੀ ਆ ਜੀ ਫਿਰ ਸਟੋਰੀ ਬਿਹਾਈਂਡ ਦਾ। ਆਮ ਜਸਟ ਕਿਡਿੰਗ ਸਰ, ਹੱਥ ਜੋੜ ਕੇ, ਪਰਮਾਤਮਾ ਤੋਂ ਡਰ ਕੇ ਹੱਥ ਜੋੜ ਕੇ ਤੁਹਾਡੇ ਭਰਾ ਨੂੰ। ਹਾਂਜੀ, ਹੈਡਲਾਈਨ ਲਈ ਦਿੱਤੀ ਹੈ ਜੀ, ਤੁਸੀਂ ਇਹਨੂੰ ਗੁੱਡ ਫੀਡਬੈਕ। ਅਸੀਂ ਇਹਨੂੰ ਚੈੱਕ ਕਰਕੇ ਤੁਹਾਨੂੰ ਦੱਸ ਦਿੰਦੇ ਆ। ਬਟ 1500 ਏਕੜ ਸਿਟੀ ਖਰੀਦ ਕਰੇਗਾ ਬਹੁਤ, ਮਤਲਬ ਕਿ ਮੈਨੂੰ ਬੜੇ ਛੋਟੇ ਦੀ ਗੱਲ ਨਹੀਂ ਹੈ। ਪਲਾਂਟ ਤੇ ਬੜੇ ਵੀ ਲੱਗ ਸਕਦੇ ਨੇ, 100-200 ਏਕੜ। ਚਲੋ ਤੇ ਵੈਸੇ 300-400 ਏਕੜ 'ਚ ਜਾਂ 500 ਏਕੜ 'ਚ ਲੱਗ ਸਕਦਾ ਪਲਾਂਟ, ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਮੇਨ ਚੀਜ਼ ਹੈ ਵੀ ਸਿਟੀ 1500 ਏਕੜ ਦੇਣੀ। ਸ਼ੋਰ ਹੈ ਜੀ 800 ਏਕੜ ਤਾਂ ਸਿਟੀ ਦੀ ਆਪਦੀ ਲੈਂਡ ਆ, ਜਿਹੜੀ ਸਿਟੀ ਨੇ ਆਪਦੀ ਲੈਂਡ ਦਿੱਤੀ। ਆਟੋਮੈਟਿਕਲੀ ਜਿਹੜੀ ਆਪਦੀ ਲੈਂਡ ਆ ਉਹਦਾ ਜਿਹੜੀ ਸਿਟੀ ਉਹਨੂੰ ਕੰਪਨੀ ਨੂੰ ਬੁਲਾ ਰਿਹਾ, ਉਹ ਤਾਂ ਉਹਨਾਂ ਨੇ ਡਿਸਕਾਊਂਟਡ ਪ੍ਰਾਈਸ ਤੇ ਦਿੱਤੀ ਹੋਏਗੀ ਨਾ, ਜਿਹੜੀ ਸਿਟੀ ਨੇ ਦਿੱਤੀ। ਉਹ ਕਿਉਂਕਿ ਅਸੀਂ ਨਾ ਮੈਂ ਪ੍ਰੈਸ ਕਾਨਫਰੰਸ ਹੀ ਸੁਣੀ ਸੀ, ਆਪਣੇ ਟਰੂਡੋ ਸਾਹਿਬ ਵੀ ਉੱਥੇ ਗਏ ਸੀਗੇ ਜਦ ਕਰ ਰਹੇ ਸੀ। ਜੇ ਤੁਹਾਨੂੰ ਯਾਦ ਹੋਏ, ਇਹਨਾਂ ਨੇ ਪੀਅਰ ਪੋਲਿੰਗ ਉਹਨਾਂ ਦੇ ਖਿਲਾਫ ਵੀ ਉੱਥੇ ਗੱਲ ਕੀਤੀ ਸੀ ਪ੍ਰੈਸ ਕਾਨਫਰੰਸ 'ਚ, ਪਲਾਂਟ ਦੇ ਅਨਾਊਂਸਮੈਂਟ ਦੇ ਦਰਮਿਆਨ। ਤੇ ਫੋਰਡ ਸਾਹਿਬ ਵੀ ਉੱਥੇ ਚੱਕਰ ਲਾ ਚੁੱਕੇ ਨੇ। ਇਹ ਸਾਰੀ ਗੱਲ ਅਸੀਂ ਕਵਰ ਕਰਦੇ ਨੇ। ਬਟ ਮੈਂ ਚੈੱਕ ਕਰਾਂਗਾ ਸਰ, ਮੈਨੂੰ ਚੈੱਕ ਕਰਨ ਤੋਂ ਬਿਨਾਂ ਕੌਮੈਂਟ ਨਹੀਂ ਕਰਨਾ ਚਾਹੁੰਦਾ ਵੀ 1500 ਏਕੜ ਉਹਨਾਂ ਦੇ ਦਿੱਤੀ। ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ। ਹਾਂਜੀ, ਅਗਲੀ ਕਾਲ ਜੀ, ਤੁਸੀਂ ਲਾਸਟ ਕਾਲ ਫॉर द ਸ਼ੋ ਹੋਏਗੀ ਜੀ ਸਾਡੀ, ਲਾਸਟ ਕਾਲ ਫॉर द ਸ਼ੋ। ਤੁਸੀਂ ਆਪਣਾ ਨੰਬਰ ਮੇਰੇ ਖਿਆਲ ਨਾਲ ਇੱਕ ਤੇ ਜੀ ਤੁਸੀਂ ਬਲੌਕ ਆਈਡੀ ਤੋਂ ਕਾਲ ਕਰ ਰਹੇ ਹੋ, ਨੋ ਪ੍ਰੋਬਲਮ। ਮੇਰੀ ਇੱਕ ਬੇਨਤੀ ਹੋਏਗੀ ਕਿ ਨੰਬਰ ਜ਼ਰੂਰ ਮੈਨੂੰ ਟੈਕਸਟ ਕਰ ਦੇਣਾ, ਔਰ ਨਾਮ ਤੁਸੀਂ ਆਪਣਾ ਦੱਸੋ ਜੀ ਮੈਨੂੰ। ਹਾਂਜੀ, ਨਾਮ ਜ਼ਰੂਰ ਦੱਸ ਦਿਓ ਜੀ ਆਪਣਾ। ਹੈਲੋ ਜੀ ਸਰ, ਵਰੁਣ। ਹਾਂਜੀ, ਫਿਰ ਮੈਂ ਵਰੁਣ ਜੀ ਦੀ ਕਾਲ ਲੈ ਲੈਣਾ। ਫਿਰ ਬਾਕੀ ਕਾਲਰ ਨੂੰ ਬੇਨਤੀ ਹੈ ਕਿ ਹੋਰ ਕਾਲਸ ਅਸੀਂ ਨਹੀਂ ਲਵਾਂਗੇ। ਲਾਸਟ ਕਾਲ ਫॉर द ਸ਼ੋ ਵਰੁਣ ਜੀ ਹੈ। Good afternoon, sir. Good afternoon जी. Good afternoon to listener, to the guests also, sir. तो PK Sabharwal जी और अपने पंकज जी। Thank you sir. Good afternoon sir. Good afternoon. अच्छा सर, ਹੁਣੀ ਪਿੱਛੇ ਪ੍ਰੀਵੀਅਸ ਕਾਲਰ ਗੱਲ ਕਰ ਰਹੇ ਸੀਗੇ ਰਿਗਾਰਡਿੰਗ ਜਿਹੜੀ ਲੈਂਡ ਅਕਵਾਇਰ ਕੀਤਾ ਗਿਆ ਸਰ, ਉਹਦੇ ਚ ਜੋ ਮੇਰੀ ਨੌਲੇਜ ਹੈਗੀ ਆ ਉਹ ਟੋਟਲ 1500 ਏਕੜ ਦੈਟ ਇਜ਼ ਫॉर ਦਾ ਇੰਡਸਟਰੀਅਲ ਪਾਰਕ ਜਿਹੜਾ ਉੱਥੇ ਡਿਵੈਲਪ ਹੋ ਰਿਹਾ, ਔਰ ਉਹਦੇ ਚ 370 ਏਕੜ ਜਿਹੜਾ ਹੈਗਾ ਦੈਟ ਇਜ਼ ਫॉर ਦਾ ਪਲਾਂਟ। ਉਹਦੇ ਚ ਵੇਅਰ ਹਾਊਸ ਵੀ ਹੋਊਗਾ ਔਰ ਪ੍ਰੋਡਕਸ਼ਨ ਵੀ ਹੋਊਗੀ। ਬਿਲਕੁਲ, ਇਹ ਟੋਟਲ ਮਤਲਬ ਹੈ 1500 ਲੈਂਡ ਹੈ, 1500 ਏਕੜ ਹੈ, ਬਟ ਉਹ ਇੰਡਸਟਰੀਅਲ ਪਾਰਕ ਬਣਨਾ, ਸਿਰਫ ਉੱਥੇ ਇਕੱਲੀ ਫੈਕਟਰੀ ਨਹੀਂ ਬਣਨੀ, ਉੱਥੇ ਹੋਰ ਬਹੁਤ ਕੁਛ ਆਣਾ ਹੈ। ਓਕੇ, ਨਹੀਂ ਦਾ ਇੰਡਸਟਰੀਅਲ ਏਕੜ ਪਾਰਕ ਹੈ, ਬਟ ਉਹ ਗੱਲ ਇਹ ਕਰ ਰਹੀ ਸੀ ਕਿ ਉਹ ਸਿਟੀ ਨੇ ਉਹ ਦੇਤੀ, ਉਹਨੂੰ ਅਸੀਂ ਚੈੱਕ ਕਰਕੇ ਵੈਰੀਫਾਈ ਕਰਕੇ ਦੱਸ ਦਿਆਂਗੇ ਕਿ ਸਿਟੀ ਉਹ ਕਹਿ ਰਹੀ ਸੀ ਉਹਨਾਂ ਨੇ ਉਹਨਾਂ ਨੂੰ ਦੇਤੀ ਹੈ। ਸੁਖਦੇਵ ਜੀ ਹਾਂ ਉਹ ਵੈਰੀਫਾਈ ਸਰ, ਪਰ ਜੇ ਸਿਟੀ ਦੇ ਸਕਦਾ ਲੈਂਡ ਆਪਣਾ, ਜੇ ਇੰਡਸਟਰੀਅਲ ਪਾਰਕ ਕੋਈ ਡਿਵੈਲਪ ਹੋ ਰਿਹਾ ਹੋਵੇ, ਇਸ ਨੂੰ ਇਹਦੇ ਚ ਐਵੇਂ ਨਹੀਂ ਕੀਤਾ ਜਾ ਸਕਦਾ ਕਿ ਇਕੱਲੇ ਇੱਕੋ ਹੀ ਗਰੁੱਪ ਨੂੰ ਦਿੱਤਾ ਗਿਆ ਲੈਂਡ। ਅੱਛਾ, ਉਹ ਟੋਟਲ ਮਤਲਬ ਕੱਲੇ ਵਾਲ ਇੰਡਸਟਰੀਅਲ ਪਾਰਕ ਹੈ, ਬਹੁਤ ਇੰਡਸਟਰੀਆਂ ਆਉਣਗੀਆਂ। ਇਟ ਇਜ਼ ਵੈਰੀ ਗੁੱਡ ਪੁਆਇੰਟ। ਵੈਸੇ ਤਾਂ ਯੁਧਵੀਰ ਜੀ, ਵਰੁਣ ਜੀ, ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਮੈਂ ਵਾਪਿਸ ਨਾ ਗਿਰੀਸ਼ ਜੀ ਕੁਐਸਚਨ ਪੁੱਛ ਕੇ ਗਏ ਸੀ, ਸਾਡੀ ਕੰਟਰੀ 'ਚ ਡਿਵੈਲਪਮੈਂਟ ਕਿਉਂ ਨਹੀਂ ਹੋ ਰਹੀ, ਬਿਜ਼ਨਸ ਕਿਉਂ ਨਹੀਂ ਆ ਰਿਹਾ। ਹੁਣ ਵੇਖੋ ਆਇਆ ਹੈ, ਉਹਦੇ ਤੇ ਵੀ ਕੁਐਸਚਨ ਹੋ ਰਹੇ ਨੇ ਕਿ ਕਿਉਂ ਦੇਤੀ, ਕਿਉਂ ਪ੍ਰਾਪਰਟੀ ਦਿੱਤੀ ਗਈ। ਸੋ ਕਿਵੇਂ ਲਿਆਓਗੇ ਤੁਸੀਂ ਬਿਜ਼ਨਸ ਇਸ ਕੰਟਰੀ 'ਚ? ਇਸ ਵੇਲੇ ਉਹ ਇਹ ਗੱਲ ਕਰ ਰਹੇ ਨੇ ਕਿ ਲਗਭਗ 3000 ਜੌਬ ਕ੍ਰੀਏਟ ਹੋਣੀਆਂ ਨੇ। $7 ਬਿਲੀਅਨ ਜਿਹੜਾ ਹੈ ਵੌਕਸਵੈਗਨ ਖੁਦ ਆਪਦਾ ਲਗਾ ਰਿਹਾ ਉਹਦੇ 'ਚ। ਤੁਸੀਂ ਮਤਲਬ ਸਾਡੀ ਇਕੋਨਮੀ 'ਚ ਲਗਭਗ $200 ਬਿਲੀਅਨ ਉਹ ਐਡ ਕਰੇਗੀ ਇਹ ਪਾਵਰ ਪਲਾਂਟ, ਕਿਉਂਕਿ ਇਹ ਵੌਕਸਵੈਗਨ ਦਾ ਸਭ ਤੋਂ ਵੱਡਾ ਨਾਰਥ ਅਮਰੀਕਾ ਦਾ ਪਲਾਂਟ ਬਣਨ ਜਾ ਰਿਹਾ ਜੀ ਇੱਥੇ ਸਾਡੇ ਕੋਲ। ਔਰ ਉਹ ਇਹ ਕਹਿ ਰਹੇ ਨੇ ਕਿ ਇਹ ਪੋਟੈਂਸ਼ੀਅਲ ਹੈ ਕਿ ਵਰਲਡ ਦਾ ਸਭ ਤੋਂ ਵੱਡਾ ਬਣ ਜਾਵੇ।
ਇਸ ਤਰ੍ਹਾਂ ਦੀ ਚੀਜ਼ ਕਰਨਾ ਚਾਹ ਰਹੇ ਨੇ। ਸੋ ਐਡੀ ਵੱਡੀ ਜਦੋਂ ਇੰਡਸਟਰੀ ਆ ਰਹੀ ਹੋਵੇ ਤਾਂ ਅਸੀਂ ਓਬਜੈਕਸ਼ਨ ਲਾਉਣ ਬੈਠੇ ਹੋ ਜੀ, ਇਹ ਕਿਉਂ ਹੋ ਗਿਆ ਜੀ, ਗਵਰਨਮੈਂਟ ਨੇ ਪੈਸਾ ਕਿਉਂ ਦੇਤਾ ਜੀ, ਇਹ ਲੈਂਡ ਕਿਉਂ ਦੇਤੀ ਜੀ। ਚਲੋ ਲੈਂਡ ਜੋ ਵੀ ਹੈ, ਲੇਕਿਨ ਯੂ ਆਰ ਵੈਰੀ ਮਚ ਰਾਈਟ ਵਰੁਣ ਜੀ, ਮੇਰੇ ਖਿਆਲ ਤੁਸੀਂ ਸਹੀ ਕਹਿ ਰਹੇ ਹੋ, ਇਸੇ ਤਰ੍ਹਾਂ ਕੁਝ ਹੋਵੇਗਾ। ਔਰ ਸਰ ਇਹਦੇ ਇੱਕ ਹੋਰ ਪੁਆਇੰਟ ਤੁਹਾਡਾ ਐਡ ਕਰਦਾ ਸਰ ਇਹਦੇ 'ਚ ਮੈਂ, ਜਿਹੜਾ ਆਪਣਾ ਗਵਰਨਮੈਂਟ ਨੇ ਪੈਸੇ ਵੀ ਦੇਣੇ ਆ $12 billion ਟੂ ਬੀ ਗਿਵਨ ਇਨ ਦ ਨੈਕਸਟ 10 years। ਉਹ ਨਹੀਂ ਕਿ ਇੱਕਦਮ ਐਡਵਾਂਸ ਉਹਨਾਂ ਨੇ ਐਵੇਂ ਸਿੱਧਾ ਹੀ ਸੁੱਟ ਦੇਣਾ ਪੈਸਾ, ਉਹ ਨੈਕਸਟ 10 years ਵਿੱਚ ਜਾਣਾ ਹੈ। ਔਰ ਇਹਦੇ ਦੇ ਪਿੱਛੇ ਸਰ ਮੈਂ ਇੱਕ ਰਿਪੋਰਟ ਵੀ ਪੜ੍ਹੀ ਸੀਗੀ, ਪਹਿਲਾਂ ਕਹਿੰਦੇ ਸੀਗੇ ਰਿਪੋਰਟ ਕਹਿੰਦੇ ਸੀ ਕਿ $12 billion ਜਿਹੜਾ ਦੈਟ ਇਜ਼ ਰਿਪੋਰਟ ਜਿਹੜੀ ਪੂਰੀ ਪੜ੍ਹੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਵਧੇਗੀ, ਇਹ ਐਕਸੀਡ ਕਰੂ ਕਹਿੰਦੇ ਬੈਨੀਫਿਟਸ ਕੈਨੇਡਾ ਨੂੰ। ਸਹੀ ਕਹਿ ਰਹੇ ਹੋ ਤੁਸੀਂ, ਸਹੀ ਕਹਿ ਰਹੇ। ਥੈਂਕ ਯੂ ਸਰ, ਥੈਂਕ ਯੂ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਸੋ ਮਚ ਵਰੁਣ ਜੀ, ਬਹੁਤ ਤੁਹਾਡਾ ਧੰਨਵਾਦ। ਹਾਂਜੀ ਨਾਗਪਾਲ ਜੀ ਤੁਸੀਂ ਹੁਣ ਦੇਖੋ, ਨਾਗਪਾਲ ਜੀ ਗੋ ਹੈਡ। हाँ जी नमस्ते वीर जी, अंदरों महानुभावों को नमस्ते सब। मेरा क्वेश्चन है कि ਹੁਣ ਅਸੀਂ ਰੇਡੀਓ ਤੇ ਗੱਡੀ ਚੱਲ ਰਹੀ ਹੈ, ਗੱਡੀ ਤੇ ਕਿਸ ਤਰ੍ਹਾਂ ਸੁਣ ਸਕਾਂਗੇ ਤੁਹਾਡਾ ਪ੍ਰੋਗਰਾਮ? ਉਹ ਸਰ ਤੁਸੀਂ ਫੋਨ ਦੇ ਜ਼ਰੀਏ ਸੁਣ ਸਕਦੇ ਹੋ। ਜੇ ਤੁਸੀਂ ਗੱਡੀ ਜਦੋਂ ਚਲਾ ਰਹੇ ਹੋ ਨਾ, ਤੇ ਤੁਸੀਂ ਫੋਨ ਆਪਣਾ ਉਹਦੇ ਨਾਲ ਗੱਡੀ ਨਾਲ ਕਨੈਕਟ ਕਰ ਲੈਣਾ ਹੈ, ਔਰ ਤੁਸੀਂ ਨੰਬਰ ਨੋਟ ਕਰ ਲਓ 647-910-5000 647-910-5000। ਠੀਕ ਹੈ ਜੀ, ਉਹਦੇ ਜ਼ਰੀਏ ਤੁਸੀਂ ਸੁਣ ਸਕਦੇ ਹੋ 647-910-5000। ਬੜਾ ਆਸਾਨ ਹੈ, 647-910-5000 ਇਹਦੇ ਜ਼ਰੀਏ ਸੁਣ ਸਕਦੇ ਹੋ, ਜਾਂ ਤੁਸੀਂ ਵਾਈ ਮੀਡੀਆ ਟੀਵੀ ਜਿਹੜਾ ਐਪ ਹੈ ਉਹਨੂੰ ਤੁਸੀਂ ਡਾਊਨਲੋਡ ਕਰ ਲਓ, ਉਹਦੇ ਜ਼ਰੀਏ ਵੀ ਤੁਸੀਂ ਸੁਣ ਸਕਦੇ ਹੈਗੇ ਹੋ। ਠੀਕ ਹੈ ਜੀ, ਸੋ ਇਹ ਬੜਾ ਆਸਾਨ ਹੈ। ਥੈਂਕ ਯੂ ਵੈਰੀ ਮਚ ਜੀ। ਮੈਂ ਮਾਫੀ ਚਾਹਾਂਗਾ, ਹੋਰ ਕਾਲਸ ਅਸੀਂ ਨਹੀਂ ਲੈ ਸਕਾਂਗੇ। ਅਗਲੇ ਹਫਤੇ ਸਾਡੀ ਗੱਲਬਾਤ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਪੀਕੇ ਜੀ, ਐਟ ਦਿਸ ਪੁਆਇੰਟ ਕੋਈ ਪ੍ਰੋਜੈਕਟ, ਕੋਈ ਤੁਸੀਂ ਬਿਲਡਰਸ ਨਾਲ ਜਿਸ ਤਰ੍ਹਾਂ ਦੱਸ ਰਹੇ ਸੀ ਬੜਾ ਨੈਗੋਸ਼ੀਏਟ ਕਰ ਰਹੇ ਹੋ ਬੜੀਆਂ ਡੀਲ, ਉਹ ਵੀ ਇਸ ਕਰ ਵੈਸੇ ਤਾਂ ਪ੍ਰੋਜੈਕਟ ਤੁਹਾਡੇ ਮੈਂ ਕਹਾਂਗਾ ਕਿ ਇਸ ਸਾਲ ਦਾ M-City ਰਿਹਾ, M6 ਰਿਹਾ, ਬੜਾ ਐਗਰੈਸਿਵ ਰਿਹਾ। ਰੋਜਰਸ ਐਂਡ ਅਰਬਨ ਕੈਪੀਟਲ ਬਹੁਤ ਜ਼ਬਰਦਸਤ ਸੇਲ ਹੋਈਆਂ ਨੇ, ਉਹਨਾਂ ਨੇ ਜੋ ਰਿਲੀਜ਼ ਕੀਤਾ ਸਾਰਾ ਕਰਤਾ, ਬਲਕਿ ਮੇਰੇ ਕੋਲ ਹੋਰ ਯੂਨਿਟ ਮੰਗੀ ਜਾ ਰਹੇ ਆ, ਔਰ ਉਹ ਦੇ ਆਰ ਕਾਈਂਡ ਐਨਫ ਟੂ ਗਿਵ ਮੀ, ਔਰ ਬੜੀ ਜ਼ਬਰਦਸਤ 6 ਸਾਲ ਦੀ ਕਲੋਜ਼ਿੰਗ, 3 ਸਾਲ ਦੇ ਅੰਦਰ ਤੁਸੀਂ ਪੇਮੈਂਟਾਂ ਕਰਨੀਆਂ ਨੇ 15% ਸਲੋ 2.5% ਕਰਕੇ, ਔਰ ਪ੍ਰਾਈਸ ਬੜਾ ਜ਼ਬਰਦਸਤ ਰੱਖਿਆ, ਬੜਾ ਸਕਸੈਸਫੁਲ ਰਿਹਾ। ਇਟ ਇਜ਼ ਨਾਟ ਏ ਬਿਲਡਿੰਗ, ਇਟਸ ਏ ਨੇਬਰਹੁਡ, ਕਿਉਂਕਿ ਉੱਥੇ 8 ਬਿਲਡਿੰਗਾਂ ਨੇ, 6ਵੀਂ ਬਿਲਡਿੰਗ ਆਈ ਹੈ। ਇਹ ਬੜਾ ਪ੍ਰੋਜੈਕਟ ਆਫ ਦ ਡੇ ਹੈਗਾ, ਔਰ 6 ਸਾਲ ਦੀ ਕਲੋਜ਼ਿੰਗ ਯੂ ਕੈਨ ਨੈਵਰ ਗੋ ਰੌਂਗ, ਔਰ 3 ਸਾਲ ਦੇ ਅੰਦਰ ਥੋੜਾ ਅਮਾਊਂਟ ਦੇਣਾ ਹੈਗਾ 15%। ਇੱਕ ਤੇ ਹੋ ਗਿਆ। ਇਹਦੇ ਇਲਾਵਾ ਜਿਹੜੇ ਐਗਜ਼ਿਸਟਿੰਗ ਪ੍ਰੋਜੈਕਟ ਨੇ ਜਿਹਦੇ ਅੰਦਰ ਕੀ ਬਿਲਡਰ ਨੰਬਰ ਕੋਟਾ ਪੂਰਾ ਕਰਨਾ, ਉਹਦੇ ਅੰਦਰ ਮੇਰੀ ਨੈਗੋਸ਼ੀਏਸ਼ਨ ਚੱਲ ਰਹੀਆਂ ਨੇ ਹਰ ਬਿਲਡਰ ਨਾਲ, ਜਿਹਦੇ ਨਾਲ ਮੈਂ ਡੀਲ ਕਰ ਰਿਹਾ, ਮਤਲਬ ਜਿਹਦੇ ਨਾਲ ਦੇ ਪ੍ਰੋਜੈਕਟ ਮੈਂ ਵੇਚ ਰਿਹਾ ਸੀ ਪਹਿਲੇ ਵੀ ਔਰ ਹੁਣ ਵੀ, ਬੈਸਟ ਆਫ ਦ ਬੈਸਟ ਪ੍ਰੋਜੈਕਟ AAA ਪ੍ਰੋਜੈਕਟਸ ਮੇਰੀ ਇਹਨਾਂ ਨਾਲ ਡੀਲ ਚੱਲ ਰਹੀਆਂ ਨੇ, ਔਰ ਇਹਨਾਂ ਨਾਲ ਡੀਲ ਕਰਕੇ ਇਹਨਾਂ ਕੋਲ ਜਿਹੜੇ ਬੈਨੀਫਿਟਸ ਨੇ, ਇਨਸੈਂਟਿਵਸ ਡਾਇਰੈਕਟ ਤੁਹਾਨੂੰ ਐਗਰੀਮੈਂਟ ਅੰਦਰ ਪਵਾ ਕੇ ਤੁਹਾਨੂੰ ਡਾਇਰੈਕਟ ਦੇ ਦੇਵਾਂਗੇ, ਔਰ ਦੈਟ ਵਿਲ ਬੀ ਸਰਪ੍ਰਾਈਜ਼ ਟੂ ਯੂ ਕਿਸ ਤਰ੍ਹਾਂ ਅਸੀਂ ਦੇ ਰਹੇ ਹਾਂ, ਐਂਡ ਯੂ ਕੈਨ ਨੈਵਰ ਗੋ ਰੌਂਗ। ਮੈਂ ਸਿੰਪਲ ਜੀ ਗੱਲ ਕਰਾਂਗਾ ਕਿ ਮੈਨੂੰ ਕੰਟੈਕਟ ਕਰ ਲਓ, ਔਰ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਮੈਂ ਤੁਹਾਨੂੰ ਗਾਈਡ ਕਰ ਦਿਆਂਗਾ। 3 4 5 6 ਪ੍ਰੋਜੈਕਟ ਜਿਹੜੇ ਮੈਂ ਡੀਲ ਕੀਤੇ ਨੇ ਬਿਲਡਰ ਨਾਲ, ਔਰ ਹਰ ਰੋਜ਼ ਮੀਟਿੰਗਾਂ ਹੋ ਰਹੀਆਂ ਨੇ ਅੱਜ ਕੱਲ੍ਹ, ਲਗਭਗ ਮੈਂ ਤੇ ਕਹਿੰਦਾ ਮੈਂ ਹਫ਼ਤੇ 4 ਵਾਰ ਤੇ 5 ਵਾਰ ਦੀ ਮੀਟਿੰਗ ਹੋ ਹੀ ਜਾਂਦੀਆਂ ਨੇ, ਤੇ ਮੇਰਾ ਟਾਈਮ ਇਹੀ ਲੱਗਦਾ ਹੈ 1 ਮਹੀਨੇ ਤੋਂ ਬਿਲਡਰ ਨਾਲ ਜਾ ਕੇ ਨੈਗੋਸ਼ੀਏਟ ਕਰਨਾ ਇਨਸੈਂਟਿਵਸ ਫॉर ਮਾਈ ਕਲਾਇੰਟ। ਇਟ ਵਿਲ ਬੀ ਸਰਪ੍ਰਾਈਜ਼, ਕੋਈ ਐ ਨਹੀਂ ਹੈਗਾ ਕਿ ਮੈਂ ਇਹ ਦੇ ਦਿਆਂਗਾ ਉਹ ਦੇ ਦਿਆਂਗਾ, ਮੇਰੇ ਵੱਲੋਂ ਇਹ ਗਿਫਟ ਉਹ ਗਿਫਟ, ਉਹ ਛੱਡੋ, ਗਿਫਟ ਇੰਨੀ ਵੱਡੀ ਹੋਏਗੀ ਤੁਸੀਂ ਸੋਚ ਹੀ ਨਹੀਂ ਸਕਦੇ। ਤੇ ਯੂ ਕੰਟੈਕਟ ਮੀ 647-299-4757 647-299-4757, or you can visit teamsabarwal.com। थैंक यू वेरी मच जी। थैंक यू सो मच जी। और पंकज जी ਤੁਹਾਡੇ ਕਲੋਜ਼ਿੰਗ ਰਿਮਾਰਕਸ ਐਂਡ ਫੋਨ ਨੰਬਰ ਪਲੀਜ਼। ਜੀ ਬਿਲਕੁਲ ਯੁਧਵੀਰ ਜੀ, ਬੇਸਿਕਲੀ ਇਨਵੈਸਟਮੈਂਟ ਦਾ ਮੈਂ ਕਰਦਾ ਹੀ ਹਾਂ, ਸਭ ਨੂੰ ਪਤਾ ਹੈ ਜੋ ਵੀ ਚੀਜ਼ਾਂ ਚੱਲਦੀਆਂ ਨੇ। ਮੈਂ ਇੱਕ ਚੀਜ਼ ਅੱਜ ਕਹਿਣਾ ਚਾਹ ਰਿਹਾ ਸੀਗਾ ਇੰਸ਼ੋਰੈਂਸ ਰਿਲੇਟਿਡ। ਮੈਂ ਇੱਕ CFP ਹਾਂ ਜੀ, ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ, ਔਰ ਇੱਕ ਚੀਜ਼ ਅਗਰ ਤੁਸੀਂ ਕੋਈ ਵੀ ਪਾਲਿਸੀ ਤੁਸੀਂ ਅੱਜ ਤੱਕ ਲਿੱਤੀਆਂ ਹੋਈਆਂ ਨੇ, ਲਾਈਫ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਕ੍ਰਿਟੀਕਲ ਕਰ ਰਹੇ ਹੋ, ਡਿਸੇਬਿਲਿਟੀ ਦੀ ਪਾਲਿਸੀ ਕੋਈ ਹੈਗੀ ਹੈ ਤੁਹਾਡੇ ਕੋਲ, ਔਰ ਜਾਂ ਤੁਸੀਂ ਪਾਲਿਸੀ ਇੰਸ਼ੋਰੈਂਸ ਪਾਲਿਸੀਆਂ ਹੁੰਦੀਆਂ ਨੇ ਜਿਹਦੇ ਤੁਸੀਂ ਪੇਮੈਂਟ ਕਰਕੇ ਐਕਸਟਰਾ ਪੈਸਾ ਪਾ ਕੇ ਤੁਸੀਂ ਉਹਨੂੰ ਸੇਵ ਕਰਦੇ ਹੋ, ਸੋ ਕੋਈ ਵੀ ਇਸ ਤਰ੍ਹਾਂ ਦੀ ਪਾਲਿਸੀ ਹੈ, ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਰਿਵਿਊ ਕਰਵਾਉਣਾ ਹੈ, ਅਗਰ ਤੁਸੀਂ ਇੱਕ ਚੀਜ਼ ਮੈਂ ਰੇਡੀਓ ਤੇ ਬੋਲ ਕੇ ਜਾ ਰਿਹਾ ਜੀ, ਅੱਜ ਬੜਾ ਕਲੀਅਰ ਹੈ, ਤੁਸੀਂ ਅਗਰ ਕੋਈ ਇਸ ਨਾਲ ਤੋਂ ਅਲੱਗ ਹੋ ਜਾਵੇ ਤਾਂ ਤੁਸੀਂ ਮੈਨੂੰ ਰੇਡੀਓ ਤੇ ਆ ਕੇ ਕਹਿ ਦਿਓ ਜੀ ਪੰਕਜ ਜੀ ਮੈਂ ਆਪਦੀ ਗੱਲ ਤੇ ਸਹੀ ਨਹੀਂ ਸੀਗਾ। ਸੋ ਅਗਰ ਤੁਸੀਂ ਰਿਵਿਊ ਕਰਵਾਉਣਾ ਚਾਹ ਰਹੇ ਹੋ, ਮੈਂ ਤੁਹਾਨੂੰ ਮੇਰਾ ਓਪੀਨੀਅਨ ਦੇ ਦਾਂਗਾ, ਰਿਵਿਊ ਕਰਵਾ ਲਓ ਮੇਰੇ ਤੋਂ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਇਹਨੂੰ ਕੈਂਸਲ ਕਰ ਦਿਓ ਜਾਂ ਤੁਸੀਂ ਮੇਰੇ ਤੋਂ ਕੋਈ ਨਵਾਂ ਪ੍ਰੋਡਕਟ ਲੈ ਲਓ, ਨਹੀਂ, ਮੈਂ ਸਿਰਫ ਰਿਵਿਊ ਅਗਰ ਤੁਹਾਡੀ ਸੈਕਿੰਡ ਓਪੀਨੀਅਨ ਚਾਹੀਦਾ ਹੈ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕਿ ਉਹ ਠੀਕ ਹੈ, ਤੁਹਾਡੇ ਵਾਸਤੇ ਸੂਟ ਕਰ ਰਹੀ ਹੈ ਨਹੀਂ ਕਰ ਰਹੀ ਹੈ, ਅਗਰ ਸੂਟ ਕਰਦੀ ਹੈ ਤਾਂ ਸੂਟ ਕਰਦੀ ਹੈ, ਨਹੀਂ ਕਰਦੀ ਹੈ ਤਾਂ ਮੈਂ ਤੁਹਾਨੂੰ ਦੱਸ ਦਾਂਗਾ, ਲੇਕਿਨ ਮੈਂ ਤੁਹਾਨੂੰ ਨਵਾਂ ਕੋਈ ਪ੍ਰੋਡਕਟ ਨਹੀਂ ਵੇਚਾਂਗਾ। ਠੀਕ ਹੈ ਜੀ। ਸੋ ਅਗਰ ਤੁਸੀਂ ਕੋਈ ਰਿਵਿਊ ਕਰਵਾਉਣਾ ਚਾਹ ਰਹੇ ਹੋ ਤਾਂ ਪਲੀਜ਼ ਮੈਨੂੰ ਫੋਨ ਕਰ ਸਕਦੇ ਹੋ ਜੀ। ਰਵੀਰ ਜੀ ਬਸ ਮੈਂ ਇੰਨਾ ਹੀ ਕਹਿਣਾ ਚਾਹ ਰਿਹਾ ਸੀ ਕਿ ਮੇਰਾ ਫੋਨ ਨੰਬਰ ਹੈ 647-285-1000
1007 647 285 1007। मेरी वेबसाइट मेरे नाम पे है pankajmonga.com, उस तो भी नंबर लिता जा सकता। थैंक यू वेरी मच युद्धवीर जी। थैंक यू सो मच जी। और ਅਸੀਂ ਦੱਸ ਦਈਏ ਕਿ ਹਰ ਵੈਨਸਡੇ ਦੀ ਤਰ੍ਹਾਂ ਸ਼ਾਮ 6:30 ਵਜੇ ਪੀਕੇ ਜੀ ਔਰ ਪੰਕਜ ਜੀ ਦੋਨੋਂ ਚੈਨਲ ਵਾਈ ਦੇ ਉੱਤੇ ਹੋਣਗੇ।